राजन मैं तू राजा कहिए, भूमन मैं भूमा। ठाकुर मैं ठकुराई तेरी, कोमन सिर कोमा। पिता मेरो बड़ो धनी अगम्मा, उस्तत कवन करी जय। करते पेख रह बिसम्मा। सतनाम वाहिगुरु साहिब जियो। मांझ महला तीजा, आत्म राम प्रगास गुर ते होवै। हऊँ मैं मैल लागी, गुर शब्दी होवै। आत्म राम प्रगास गुर ते होवै। हऊँ मैं मैल लागी, गुर शब्दी होवै। मन निर्मल अन दिन भगति राता, भगत करे हर पावणिया। हऊँ वारी जियो वारी, आप भगत करन अवरा भगत करावणिया। तिना भगत जना को सद नमस्कार कीजै, जो अनदिन हर गुण गावणिया। रहाओ इस तन में मन को गुरमुख देखै। पाए भगत जां हऊँ मैं सोखै। सिद्ध सादिक मोन तारी रहे लिव लाए। तिन पे तन में मन ना दिखावणिया। आप कराए करता सोई, होर के करे कीतै क्या होई। नानक जिस नाम देवै सो लेवै, नामो मन वसावणिया। आप कराए करता सोई, होर के करे कीतै क्या होई। नानक जिस नाम देवै सो लेवै, नामो मन वसावणिया। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी, गुरु पातशाह जी दी अजीम अपार बख्शिश। संध्या समय असी सत्संगत दा समा माण रहे हैं। जो लड़ीवार गुरबाणी व्याख्यान हो रहा है, इस विच माझ राग दा शब्द गुरु अमरदास पातशाह दी पवित्र पावन रचना अष्टपदियां दे विचों सानूं प्राप्त है। शब्द लगातारता दे नाल असीं पदा बा पदा, स्टैंजा बाय स्टैंजा असीं उसनूं डिस्कस कर रहे हैं, असीं व्याख्यान कर रहे हैं। इस शब्द के आखिरी दो पदे विवेचना वास्ते सानूं हुण मुयस्सर ने। उन्हां दा ही पाठ आप जी दे सामने पढ़िया गया। एक सरसरी नज़र रहाओ दे पदे ते उपरंत 7 नंबर बंद तो असीं विचार करके 7 ते 8 नंबर पदा उहदी असीं एक्सप्लेनेशन करांगे। जो बचन है, हाँ वारी जियों वारी आप भगत करन अवरा भगत करावणिया। गुरु अमरदास साहब कह रहे, मैं कुर्बान जाना वार नहीं जाना, उन्हां तो आप भगत करन
ਜਿਨ੍ਹਾਂ ਨੇ ਜੀਵਨ ਦੇ ਮਕਸਦ ਨੂੰ, ਭਗਤੀ ਨੂੰ ਅਡਾਪਟ ਕੀਤਾ, ਜੋ ਕਿ people can say these are just words, but as a Sikh believer, these are the commands, these are the actually direct messages. Being a Sikh, I have to fulfill these duties and I have to move toward the instructions of my Guru Sahab. As we read in Pavan Bani, Pahi Parapat Manukh Dehuriya, Gobind Milan ki eh teri bariya. ਸਾਡੇ ਵਾਸਤੇ ਜਾਂ ਮਨੁੱਖਾਂ ਵਾਸਤੇ ਕਿ ਭਾਈ ਜੇ ਹਿਊਮਨ ਲਾਈਫ ਨੂੰ ਇਹਨੂੰ ਮਾਣ ਰਹੇ ਹੈ ਤੇ ਇਹਦੇ ਵਿੱਚ ਨਿਰਾ ਖਾਣਾ ਪੀਣਾ ਹੱਸਣਾ ਸੌਣਾ ਇਕੱਲਾ ਇਹ ਨਹੀਂ ਹੈਗਾ, ਇਸ ਤੋਂ ਐਕਸਟਰਾ ਵੀ ਹੈ ਕੁਛ। ਉਹਦੇ 'ਤੇ ਵੀ ਤੂੰ ਆਪਣੇ ਆਪ ਨੂੰ ਲਗਾਉਣਾ, ਆਪਣੀ એનર્ਜੀ ਉਸ ਪਾਸੇ ਨੂੰ ਵੀ ਡਾਇਵਰਟ ਕਰਨੀ ਹੈਗੀ ਹੈ। ਤੇ ਕਿਤੇ ਡਾਇਰੈਕਟਲੀ ਵੀ ਕਿਹਾ ਹੈ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ, ਉਹ ਭਗਤੀ ਕਰ, ਬੰਦਗੀ ਕਰ, ਇਬਾਦਤ ਕਰ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜੇ ਇਸ ਰਾਹ ਨੂੰ ਫੋਲੋ ਕਰਦੇ, ਜਿਹੜੇ ਇਸ ਰਾਹ ਦੇ ਧਾਰਨੀ ਹੋ ਜਾਂਦੇ, ਆਪ ਭਗਤ ਕਰਨ, ਆਪ ਇਸ ਰਾਹ 'ਤੇ ਤੁਰਦੇ, ਤੇ ਇਕੱਲੇ ਤੁਰਦੇ ਨਹੀਂ, ਹੋਰਨਾਂ ਦੀ ਮਦਦ ਬਣਦੇ। ਉਹ ਭਾਵੇਂ ਐਜ਼ ਏ ਇੰਸਪੀਰੇਸ਼ਨ ਬਣਦੇ, ਭਾਵੇਂ ਐਜ਼ ਏ ਸੋਰਸ ਬਣਦੇ। ਜੋ ਕਿ ਅਸੀਂ ਵਾਕ ਪੜ੍ਹਦੇ ਨਾ, ਮੰਨੈ ਤਰੈ ਤਾਰੈ ਗੁਰਸਿੱਖ, ਆਪ ਤਰਨਾ ਆ, ਦੂਜਿਆਂ ਨੂੰ ਤਰਨ ਵਾਸਤੇ ਸਿਖਾਉਣਾ ਆ। ਇਹੀ ਜੀਵਨ ਆ, ਇਹੀ ਸਾਡੀ ਡਿਊਟੀ ਹੈ। ਤੇ ਅਸੀਂ ਸੁੱਤੇ ਜਾਂ ਜਾਗਦੇ, ਆਈਦਰ ਵੀ ਆਰ ਅਵੇਅਰ ਔਰ ਨਾਟ, ਬਟ ਵੀ ਆਰ ਡੂਇੰਗ ਇਟ। ਅਸੀਂ ਭਾਵੇਂ ਗਲਤ ਕਰ ਰਹੇ ਹਾਂ, ਭਾਵੇਂ ਸਹੀ ਕਰ ਰਹੇ ਹਾਂ, ਜੋ ਕਰ ਰਹੇ ਹਾਂ ਉਹਦਾ ਪ੍ਰਭਾਵ, ਉਹਦੀ ਜਿਹੜੀ ਮੋਟੀਵੇਸ਼ਨ ਆ, ਜਿਹੜੀ ਉਹਦੀ ਇੰਸਪੀਰੇਸ਼ਨ ਆ, ਜਿਹੜਾ ਉਹਦਾ ਇਨਫਲੂਐਂਸ ਹੈ, ਉਹ ਆਲੇ ਦੁਆਲੇ ਸਪਰੈਡ ਹੋ ਰਿਹਾ ਉਸ ਰੂਪ ਦੇ ਵਿੱਚ। ਸੋ ਗੁਰੂ ਬਾਬਾ ਜੀ ਕਹਿੰਦੇ ਜਿਹੜੇ ਚੰਗਾ ਪ੍ਰਭਾਵ ਦੇ ਰਹੇ ਨੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਭ ਗੁਣਾਂ ਨੂੰ ਮਨੁੱਖੀ ਜੀਵਨ ਵਿੱਚ ਉਸ ਰੂਪ ਵਿੱਚ ਧਾਰਨ ਕਰਦੇ, ਭਜਨ ਗਿਆਨ ਤਿਆਗ ਦੀ ਮੂਰਤ ਬਣ ਕੇ, ਭਗਤ ਬਣ ਕੇ ਤੁਰਦੇ, ਆਪ ਭਗਤ ਕਰਨ ਅਵਰੈ ਭਗਤ ਕਰਾਵਣਿਆ, ਤਿਨਾ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ। ਉਹਨਾਂ ਨੂੰ ਸਦੀਵ ਨਮਸਕਾਰ ਕਰੋ ਭਾਈ। ਮੈਂ ਕਰਦਾ ਹਾਂ, ਗੁਰੂ ਅਮਰਦਾਸ ਸਾਹਿਬ ਆਪਣੇ ਵੱਲੋਂ ਬਿਆਤ ਕਰਦੇ, ਮੈਂ ਤੁਹਾਨੂੰ ਪ੍ਰੇਰਦਾ ਹਾਂ, ਸਤਿਕਾਰ ਕਰੋ। ਜਦੋਂ ਸਮਾਜ ਗੁਣਾਂ ਦਾ ਅਦਬ ਕਰੇਗਾ, ਜਦੋਂ ਸਮਾਜ ਮਨੁੱਖਤਾ ਦਾ ਅਦਬ ਕਰੇਗਾ, ਮਨੁੱਖੀ ਕਦਰਾਂ ਕੀਮਤਾਂ ਨੂੰ, when we try to pay respect toward the human values, spiritual values, then definitely ਸਾਡੇ ਆਪਣੇ ਘਰਾਂ, ਸਾਡੇ ਆਪਣੇ ਮਨ ਮੰਡਲ ਦੇ ਵਿੱਚ ਉਹਨਾਂ ਦੇ ਪ੍ਰਤੀ ਜਗ੍ਹਾ ਬਣੇਗੀ, ਸਾਡਾ ਮਨ ਗਾਹਕ ਬਣੇਗਾ ਉਹਦਾ। ਸੋ ਇਸ ਕਿਸਮ ਦੀ ਬਾਤ ਗੁਰੂ ਅਮਰਦਾਸ ਸਾਹਿਬ ਕਹਿੰਦੇ, ਉਹਨਾਂ ਨੂੰ ਹਾਈਲੀ ਰਿਸਪੈਕਟ ਕਰੋ, ਉਹਨਾਂ ਨੂੰ ਹਾਈ ਰਿਸਪੈਕਟ ਪੇ ਕਰੋ। ਜੋ ਅਨੰਦਿਨ ਹਰ ਗੁਣ ਗਾਵਣੇ ਆ, ਜੋ ਰਾਤ ਦਿਨ ਹਰੀ ਦਾ ਗੁਣਗਾਨ ਕਰਦੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗਲੋਰੀਅਸ ਸਾਈਡ ਨੂੰ, ਉਹਦੀ ਜਿਹੜੀ ਖੂਬੀ ਵਾਲੀ ਬਾਤ ਆ, ਉਹਨੂੰ ਆਪਣੇ ਮਨ ਚਿੱਤ ਵਿੱਚ ਲੈ ਕੇ ਆਉਂਦੇ। ਇਹ ਰਹਾ ਉਹਦਾ ਬੰਦ ਆ। ਹੁਣ ਆਪਾਂ ਜਿਸ ਪਦੇ ਤੋਂ ਅੱਗੇ ਵਿਚਾਰ ਤੋਰਨੀ ਹੈ ਉਹ 7 ਨੰਬਰ ਪਦਾ ਆ, ਤੇ ਸਭ ਜ਼ਿਕਰ ਕਰਦੇ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾਂ ਹਉ ਮੈਂ ਸੁਖ ਹੈ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਬੜੀ ਮਤਲਬ ਵਾਜਬ ਤੇ ਬੜੀ ਗਹਿਰੀ ਬਾਤ ਆ। ਅਸੀਂ ਅਮਰੀਕਨਾਈਜ਼ਡ ਵਰਲਡ 'ਚ ਰਹਿ ਰਹੇ ਹਾਂ। ਇਸ ਅਮਰੀਕਨਾਈਜ਼ਡ ਵਰਲਡ ਬਾਰੇ ਕਿਹਾ ਜਾਏ ਕਿ ਦਿਸ ਇਜ਼ ਏ ਡ੍ਰੀਮ ਲੈਂਡ, ਆਈਦਰ ਵੀ ਆਰ ਲਿਵਿੰਗ ਇਨ ਕੈਨੇਡਾ ਔਰ in states, all over the globe people really want to come here, they want to live here, they want to actually spend their lives over here, ਇੱਥੇ ਆਪਣੀ ਜ਼ਿੰਦਗੀ ਕੱਟਣਾ ਚਾਹੁੰਦੇ ਨੇ। ਉਹਦੇ ਬਹੁਤ ਸਾਰੇ ਰੀਜ਼ਨ ਨੇ। ਸਭ ਤੋਂ ਵੱਡਾ ਰੀਜ਼ਨ ਇੱਥੇ ਪ੍ਰੋਸਪੈਰਿਟੀ ਹੈ, ਰਿਸੋਰਸਿਸ ਨੇ। ਫਿਰ ਜਿਹੜੀ ਹਿਊਮਨ ਲਾਈਫ ਆ, ਇਹਦੇ ਵਾਸਤੇ ਇੱਥੇ ਕੁਆਲਿਟੀਫੁਲ ਲਿਵਿੰਗ ਆ। ਸੋ ਸਾਰੇ ਲੋਕੀ ਮਾਣਦੇ, ਸਰ ਦਾ ਅਹਿਸਾਸ ਕਰਦੇ। ਜੇ ਕੋਈ ਬੰਦਾ ਕਹੇ ਕਿ ਇਹ ਸੋਸਾਇਟੀ ਆਈਡੀਅਲ ਹਿਊਮਨ ਸੋਸਾਇਟੀ ਹੈ, ਐਸਾ ਵੀ ਨਹੀਂ ਹੈਗਾ। ਤੁਸੀਂ ਕਿਸੇ ਇੱਕ ਸਾਈਡ ਦੇ ਇਸ਼ੂ ਤੋਂ ਲੱਗ ਜਾਓ ਤੇ ਦੂਸਰੇ ਸਾਈਡ ਤੱਕ ਚਲੇ ਜਾਓ, ਕੋਈ ਐਸਾ ਇਸ਼ੂ ਨਹੀਂ ਜਿਹੜਾ ਸੋਸਾਇਟੀ 'ਚ ਨਹੀਂ ਮਿਲੇਗਾ। ਇਹ ਪੀਪਲ ਆਰ ਥਿੰਕਿੰਗ that in this American Canadian world everyone is actually prospered and rich and don't have any issue. That's totally wrong picture. In these actually countries, people who are living under poverty, they're countless, गिनती तो बाहर है। जिस ये कहो
ਕਿ ਇੱਥੇ ਕੋਈ ਇੱਥੇ ਇਹ ਨਹੀਂ ਵੀ ਹੋਮਲੈਸਨੈਸ ਨਹੀਂ ਹੈਗੀ, ਐਸਾ ਕੁਛ ਨਹੀਂ। ਡਾਊਨ ਜਾ ਕੇ ਥੋੜ੍ਹਾ ਦੇਖ ਲਓ, ਇਹਨਾਂ ਦਿਨਾਂ 'ਚ ਕੋਵਿਡ ਕਰਕੇ ਉਹਨਾਂ ਕੁਝ ਟੈਂਟ ਲਾਏ ਨੇ, ਜਿਵੇਂ ਝੁੱਗੀਆਂ ਲੱਗੀਆਂ ਹੁੰਦੀਆਂ ਨੇ ਆਪਣੇ ਉੱਥੇ, ਸਿੱਧੇ ਤੌਰ 'ਤੇ ਤੁਹਾਨੂੰ ਦਿਸ ਪਾਏਗਾ। ਫਿਰ ਇਕੱਲਾ ਇਹ ਹੀ ਨਹੀਂ, ਜੇ ਕੋਈ ਬੰਦਾ ਕਹੇ ਕਿ ਬੜੀ ਪ੍ਰੋਸਪਰ ਪਿਕਚਰ ਹੈਗੀ ਹੈ, ਸੋ ਇਸ ਕਰਕੇ ਇੱਥੇ ਕੋਈ ਵਾਇਲੈਂਸ ਨਹੀਂ ਹੋਏਗੀ, ਲੜਾਈ ਨਹੀਂ ਹੋਏਗੀ, ਚੋਰੀ ਨਹੀਂ ਹੋਏਗੀ, ਉਹਦੀ ਵੀ ਤੁਸੀਂ ਬਾਤ ਕਰੋ। ਹਰ ਚੀਜ਼ ਮਿਲ ਜਾਂਦੀ ਆ। ਤੁਸੀਂ ਹਰ ਚੜ੍ਹਦੀ ਸਵੇਰ ਖਬਰਾਂ ਸੁਣਦੇ ਹੋ, ਅੱਜ ਰਾਤ ਗੋਲੀ ਇੱਥੇ ਚੱਲ ਗਈ, ਸਟੈਬਿੰਗ ਹੋ ਗਈ, 4 ਬੰਦੇ ਮਰ ਗਏ, 10 ਮਰ ਗਏ, ਸਭ ਕੁਛ, ਐਵਰੀਥਿੰਗ ਇਜ਼ ਹੇਅਰ। ਇਸ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ, ਡਰੱਗ ਟ੍ਰੈਫਿਕਿੰਗ, ਹਿਊਮਨ ਟ੍ਰੈਫਿਕਿੰਗ, ਵੈਪਨ ਟ੍ਰੈਫਿਕਿੰਗ, ਐਨੀਥਿੰਗ, ਈਵਨ ਕਰਪਸ਼ਨ। ਹਾਂ, ਜਿਹੜਾ ਇੱਕ ਕਾਮਨ ਮੈਨ ਆ, ਕਾਮਨ ਹਿਊਮਨ ਬੀਇੰਗ ਆ, ਉਹਨੂੰ ਡਾਇਰੈਕਟਲੀ ਇੰਪੈਕਟ ਨਹੀਂ ਕਰਦਾ, ਬਟ ਦੇਰ ਆਰ ਐਕਚੁਅਲੀ ਪੀਪਲ ਟਾਕ ਅਬਾਊਟ ਇਟ, ਕਰਪਸ਼ਨ ਐਗਜ਼ਿਸਟ ਕਰਦਾ, ਸਭ ਚੀਜ਼ਾਂ ਹੈਗੀਆਂ। ਪਰ ਇਹ ਸਭ ਦੇ ਹੋਣ ਦੇ ਨਾਲ ਗੱਲ ਇਹ ਹੈ ਕਿ ਫਿਰ ਵੀ ਲੋਕ ਇੱਥੇ ਰਹਿਣਾ ਚਾਹੁੰਦੇ ਨੇ, ਕਿਉਂਕਿ ਸੋਸਾਇਟੀ ਨੂੰ ਜਾਂ ਬਾਹਰਲੇ ਲੋਕਾਂ ਨੂੰ ਦਿਸਦਾ ਕਿ ਇੱਥੇ ਸਭ ਕੁਝ ਉਸ ਰੂਪ ਵਿੱਚ ਹੈਗਾ ਆ। ਹਾਂ ਬਿਲਕੁਲ, ਇੱਥੇ ਹਿਊਮਨ ਵੈਲਿਊਜ਼ ਵੀ ਦਿਸਦੀਆਂ ਨੇ, ਇੰਸਟੀਟਿਊਸ਼ਨਸ ਵੀ ਦਿਸਦੇ ਨੇ, ਇੱਥੇ ਆਰਗੇਨਾਈਜੇਸ਼ਨਸ ਵੀ ਹੈਗੀਆਂ ਜਿਹੜੀਆਂ ਇਸ ਸਾਰੇ 'ਤੇ ਕੰਮ ਕਰਦੀਆਂ, ਸਭ ਕਰਦੀਆਂ। ਅਤੇ ਫਿਰ ਹਿਊਮੈਨਿਟੀ ਵਾਸਤੇ, ਹਿਊਮਨ ਬੀਇੰਗ ਵਾਸਤੇ, ਦੀ ਵੈਲ ਬੀਇੰਗ ਲਈ ਵੀ ਕੁਝ ਹੈ। ਇਹ ਸਾਰਾ ਕੁਝ ਜਿੱਥੋਂ ਡਿਵੈਲਪ ਹੋ ਕੇ ਆਉਂਦਾ ਆ, ਅੱਜ ਲੋਕ ਇਹਨਾਂ ਦੇ ਮਾਡਲ ਨੂੰ ਫੋਲੋ ਕਰਦੇ, ਉਹ ਭਾਵੇਂ ਕਿਸੇ ਕ੍ਰਿਮੀਨੋਲੋਜੀ ਦੀ ਸਾਈਡ 'ਤੇ ਆ, ਸਾਈਕੋਲੋਜੀ ਦੀ ਸਾਈਡ 'ਤੇ ਆ, ਸੋਸ਼ੀਓਲੋਜੀ ਦੀ ਸਾਈਡ 'ਤੇ ਆ, ਅਮੈਰੀਕਨ ਮਾਡਲ, ਯੂਰਪੀਅਨ ਮਾਡਲ, ਇਹਨਾਂ ਨੂੰ ਫੋਲੋ ਕੀਤਾ ਜਾਂਦਾ। ਅਤੇ ਜੇ ਸਾਰੇ ਨੂੰ ਵੇਖਿਆ ਜਾਏ ਤਾਂ ਹਕੀਕਤ ਇਹ ਹੈ ਕਿ ਜਦੋਂ ਯੂਰਪ ਨੇ ਜਿਹੜੀ ਹਿਊਮਨ ਮਾਈਂਡ ਦੀ ਕੰਪਲੈਕਸਿਟੀ ਹੈ, ਜਿਹੜੀ ਇਹ ਮਨੁੱਖੀ ਮਨ ਦੀ ਦਸ਼ਾ ਆ, ਇਹਨੂੰ ਕੁਝ ਸਮਝਿਆ ਤਾਂ ਇਹ ਪੋਸੀਬਲ ਹੋ ਸਕਿਆ। ਅਦਰਵਾਈਜ਼ ਜੇ ਪਿਛੋਕੜ ਵਿੱਚ ਜਾਓਗੇ ਤਾਂ ਜਿਹੜੀ ਆਰਥੋਡਾਕਸੀ ਹੈ, ਜਿਹੜਾ ਧਰਮ ਦਾ ਰੂਪ ਆ, ਧਰਮ ਦਾ ਰੂਪ ਤੁਹਾਡੇ ਕੋਲ ਤਾਂ ਕਿਤੇ ਵਧੀਆ ਇਹਨਾਂ ਨਾਲੋਂ, ਕਿਤੇ ਆਲਮੀ ਰੂਪ ਦੇ 'ਚ। ਕਿਉਂਕਿ ਕਾਰਨ ਇਹ ਹੋਇਆ ਕਿ ਚਰਚ ਤੇ ਸਟੇਟ ਇਸ ਕਿਸਮ ਨਾਲ ਮਿੰਗਲ ਹੋ ਗਏ, ਮਿਕਸ ਹੋ ਗਏ, ਮਤਲਬ ਰਾਜੇ ਦਾ ਹੁਕਮ ਰੱਬ ਦਾ ਹੁਕਮ ਹੋ ਗਿਆ। ਜਿਸ ਲੈਵਲ ਤੇ ਦੇਖੀਏ ਤੇ ਗੁਰਮਤ ਕਨਸੈਪਟ ਵਿੱਚ ਜਾਂ ਉਸ ਤੋਂ ਪਹਿਲਾਂ ਈਸਟਰਨ ਸਕੂਲ ਦੇ ਵਿੱਚ ਕਾਫੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਹਨਾਂ ਤੋਂ ਕਿਤੇ ਕਾਰਗਰ ਤੇ ਵਧੀਆ ਸੀਗੀਆਂ। ਯੂਰਪ ਦੇ ਵਿੱਚ ਜਦੋਂ ਇਹ ਥੋੜ੍ਹਾ ਬਹੁਤਾ ਚੇਂਜਸ ਆਉਣੇ ਸ਼ੁਰੂ ਹੋਏ, ਇਹਦੇ ਵਾਸਤੇ ਬਹੁਤ ਸਾਰੇ ਡਿਫਰੈਂਟ ਕੰਪੋਨੈਂਟ ਨੇ ਜਿਹੜਾ ਰੋਲ ਪਲੇ ਕਰਦੇ ਨੇ, ਪਰ ਜਿਹੜਾ ਇੱਕ ਰੋਲ ਪਲੇ ਕੀਤਾ ਉਹ ਕੀਤਾ ਸਾਈਮਨ ਫਰਾਇਡ ਨੇ, ਜਿਹਨੇ ਹਿਊਮਨ ਮਾਈਂਡ ਨੂੰ ਇੱਕ ਐਨਾਲਿਟਿਕ ਵੇ ਦੇ ਨਾਲ, ਇੱਕ ਅਨਾਲਿਸਿਸ ਦੇ ਤਰੀਕੇ ਦੇ ਨਾਲ ਉਹਨੇ ਸਟੱਡੀ ਕੀਤਾ। ਉਹਨੇ ਦੱਸਿਆ ਆ ਜਿਹੜੀ ਸਾਡੀ ਸੈਲਫ ਆ ਨਾ, ਦਿਸ ਇਜ਼ ਨੋਟ ਜਸਟ ਵਨ ਲੇਅਰ, ਵੀ ਆਰ ਕੈਰਿੰਗ ਸੋ ਮੈਨੀ ਲੇਅਰਸ। One is physical layer, second one is our conscious, third one is our unconscious. Even though he wasn't advocate of spirituality or spirit kind of things, but afterward actually the follower of these schools, they were coming over there, and nowadays they are totally talking about the spiritual side too. But in that time he was at least mentioning we have multiple layers. Surface ਤੇ ਜਿਹੜਾ ਆ physical ਚੀਜ਼ ਆ, ਬੰਦਾ ਹੋ ਸਕਦਾ ਬੜਾ ਸੋਹਣਾ ਹੋਏ, ਲੰਮਾ ਉੱਚਾ ਹੋਏ, ਬੜਾ ਵਧੀਆ ਹੋਏ, ਅਤੇ ਜ਼ਰੂਰੀ ਨਹੀਂ ਹੈਗਾ ਕਿ ਉਹ ਸਭ ਕੁਝ ਦਿਸਣ ਵਿੱਚ ਜਿਵੇਂ ਦਿਸ ਰਿਹਾ ਉਹਦੀ ਲਾਈਫ ਵੀ ਉਵੇਂ ਜਿਹੜੀ ਐਗਜ਼ੀਕਿਊਟ ਕਰਦੀ ਹੋਵੇ ਉਸ ਤਰੀਕੇ ਦੇ ਨਾਲ। ਇਹ ਦੇਖਣਾ ਪਏਗਾ ਉਹ ਚੇਤਨ ਕਿੰਨਾ ਆ, ਅਵੇਅਰਨੈਸ ਕੀ ਕਹਿ ਰਹੀ ਉਹਦੀ। ਫਿਰ ਇਕੱਲੀ ਉਹ ਨਹੀਂ, ਉਹਦੀ ਕੌਨਸ਼ੀਅਸ ਨੂੰ ਛੱਡੋ, ਉਹਦੀ ਅਨਕੌਨਸ਼ੀਅਸ ਨੂੰ ਦੇਖੋ, ਉੱਥੇ ਕੀ ਚੱਲ ਰਿਹਾ ਹੈਗਾ। ਸੋ ਉਹਨੇ ਇੱਕ ਮਾਈਂਡ ਦੀ ਸਟੱਡੀ ਲੈ ਕੇ ਆਉਂਦੀ ਉਸ ਤਰੀਕੇ ਦੇ ਨਾਲ, ਜਿਹਦੇ ਤੋਂ ਬਾਅਦ ਉਹਨੇ ਦੱਸਿਆ ਕਿ ਫਿਜ਼ੀਕਲ ਇਸ਼ੂਜ਼ ਜਿਹੜੇ ਹੈਗੇ ਨੇ, ਇਹਨਾਂ ਦੇ ਰੂਟਸ ਜਿਹੜੇ ਨੇ ਉਹ ਮੈਂਟਲ ਹੈਲਥ 'ਚ ਪਏ ਨੇ, ਮਾਈਂਡ ਸਾਈਡ ਵਿੱਚ ਪਏ ਨੇ ਉਸ ਤਰੀਕੇ ਦੇ ਨਾਲ। ਇਹ ਬਾਤ ਮੈਂ ਕਿਉਂ ਕਰ ਰਿਹਾ ਹਾਂ, ਨੋਟ ਟੂ ਐਕਚੁਅਲੀ ਟੈਲ ਦੈਟ ਆਈ ਨੋ ਆਲ ਦੈਟ ਸਟਫ, ਨੋ, ਮਾਈ ਮੇਨ ਪਰਪਜ਼ ਇਜ਼ ਹੇਅਰ। ਇਹ ਸ਼ਬਦ ਆ ਰਿਹਾ ਹੈ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖਾ। ਇਹ ਤਨ ਆ, ਤੇ ਤਨ ਤੇ ਸਿਰਫ ਇੱਕ ਵਹੀਕਲ ਆ, ਇਹਦਾ ਡਰਾਈਵਰ ਮਾਨਿਆ, ਉਹਨੂੰ ਕੋਈ ਗੁਰਮੁਖ ਵੇਖਦਾ ਆ, ਉਹਦੀ ਗੱਲ ਹੋ ਰਹੀ ਹੈ ਇਹਦੇ 'ਚ। ਇਸ ਤਨ ਦੇ ਪਿੱਛੇ ਪਈ ਹੋਈ ਫੋਰਸ ਨੂੰ ਦੇਖਣਾ ਉਸ ਤਰੀਕੇ ਦੇ ਨਾਲ। ਇਹਦਾ ਜਿਹੜੀ ਯੂਰਪ ਨੇ ਚੀਜ਼ ਲਿਆਂਦੀ, ਜਿਹੜਾ ਪਹਿਲੀ ਵਾਰ ਫਰਾਇਡ ਨੇ ਗੱਲ ਕੀਤੀ ਸੀ, ਉਹਨੇ ਕੀਤੀ ਸੀ ਡ੍ਰੀਮ ਐਨਾਲਿਸਿਸ ਤੋਂ। ਹੁਣ ਡ੍ਰੀਮ ਐਨਾਲਿਸਿਸ ਕੀ ਹੁੰਦੇ ਨੇ, ਜੇ ਇਹਦੇ ਬਾਰੇ ਆਪ ਥੋੜ੍ਹਾ ਬਹੁਤਾ ਵਾਕਫ ਹੋ, ਤੇ ਬੰਦੇ ਦੀ ਨੀਂਦ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ 8 ਘੰਟੇ ਦੀ ਨੀਂਦ ਹੈ
ਤੇ ਉਹਦੇ 'ਚ 2 ਘੰਟੇ ਡੀਪ ਸਲੀਪ ਆ, 6 ਘੰਟੇ ਡ੍ਰੀਮ ਨੇ। ਫੇਸ ਹੁੰਦੇ ਨੇ ਨੀਂਦ ਦੇ, ਫਸਟ ਫੇਸ, ਸੈਕਿੰਡ ਫੇਸ, ਥਰਡ, ਦੈਨ ਅਗੇਨ ਸੈਕਿੰਡ ਐਂਡ ਫਸਟ। ਇਸ ਤਰੀਕੇ ਨਾਲ ਚੱਲਦੇ ਫੇਸਿਸ। ਪਹਿਲਾ ਫੇਸ ਜਦੋਂ ਬੰਦਾ ਨੀਂਦ ਵਾਲੇ ਪਾਸੇ ਜਾ ਰਿਹਾ, ਜਿਹਨੂੰ ਊਂਘ ਆਉਣੀ ਕਹਿੰਦੇ ਆ। ਕਈ ਵਾਰ ਲੋਕ ਕਹਿੰਦੇ ਨਾ ਵੀ ਸਵੇਰੇ ਬ੍ਰੇਕਫਾਸਟ ਜਿਹੜਾ ਹੈਗਾ ਉਹ ਮਤਲਬ ਇੱਕ ਪ੍ਰਿੰਸ ਦੀ ਤਰ੍ਹਾਂ ਕਰੋ, ਜਿਹੜਾ ਲੰਚ ਆ ਕਿੰਗ ਦੀ ਤਰ੍ਹਾਂ ਕਰੋ, ਲਾਈਕ ਰਾਜੇ ਦੀ ਤਰ੍ਹਾਂ, ਅਤੇ ਜਿਹੜਾ ਰਾਤ ਦਾ ਡਿਨਰ ਆ ਉਹ ਬੈਗਰ ਦੀ ਤਰ੍ਹਾਂ ਕਰੋ, ਮਤਲਬ ਬਹੁਤ ਥੋੜ੍ਹਾ ਜਿਹਾ ਖਾਓ, ਜਿਵੇਂ ਕੋਈ ਵਿਚਾਰਾ ਕੋਈ ਮੰਗਤਾ ਖਾਉਂਦਾ ਉਹਨੂੰ ਮਿਲਦਾ ਥੋੜ੍ਹਾ ਹੈਗਾ। ਗੱਲ ਤਾਂ ਠੀਕ ਹੈ, ਇਹਦਾ ਤੁਹਾਡੀ ਫਿਜ਼ੀਕਲ ਹੈਲਥ ਠੀਕ ਰਹੇਗੀ, ਬਿਲਕੁਲ ਵਧੀਆ। ਪਰ ਜਿਹੜੀ ਚੀਜ਼ ਹੋਏਗੀ ਉਹ ਹੈਗੀ ਤੁਹਾਡੀ ਸਲੀਪ ਡਿਪਰੀਵ ਕਰ ਜਾਏਗੀ। ਯੂ ਗੋਨਾ ਐਕਚੁਅਲੀ ਜਿਹੜੀ ਊਂਘ ਨਹੀਂ ਆਏਗੀ ਛੇਤੀ ਕਰਕੇ, ਕਿਉਂਕਿ ਜਦੋਂ ਮੈਟਾਬੋਲਿਜ਼ਮ ਦੇ ਵਿੱਚ ਫੂਡ ਜਿਹੜਾ ਜਾਂਦਾ ਆ, ਇਹਦਾ ਇੱਕ ਨਸ਼ਾ ਚੜ੍ਹਦਾ ਆ। ਜਦੋਂ ਨਸ਼ਾ ਉਹ ਉਸ ਤਰੀਕੇ ਨਾਲ ਚੜ੍ਹਨ ਲੱਗਦਾ ਆ, ਬੰਦੇ ਨੂੰ ਨੀਂਦ ਆਉਂਦੀ ਹੈ। ਇਹ ਪਹਿਲਾ ਫੇਸ ਹੈ। ਇਹਦੇ 'ਚ ਊਂਘ ਦੇ 'ਚ ਜਾਏਗਾ ਤਾਂ ਨੈਕਸਟ ਫੇਸ ਆਏਗਾ। ਅੱਜ ਕੱਲ੍ਹ ਲੋਕ ਜਿਹੜਾ ਬਹੁਤ ਜ਼ਿਆਦਾ ਸਲੀਪਿੰਗ ਸਾਈਡ ਤੋਂ ਇਸ਼ੂਜ਼ ਆ ਰਹੇ ਨੇ, ਐਕਚੁਅਲੀ ਪਹਿਲਾ ਫੇਸ ਕਈ ਵਾਰੀ ਗਾਇਬ ਹੋ ਗਿਆ। ਅਤੇ ਉਹਦੇ ਨਾਲ ਕੋਈ ਰੀਜ਼ਨ ਉਹਦਾ ਹੈ ਵੀ ਠੀਕ, ਕਿਉਂਕਿ ਉਹਨਾਂ ਦੀ ਫਿਜ਼ੀਕਲ ਹੈਲਥ ਦੇ ਨਾਲ ਠੀਕ ਰਹਿੰਦੀ, ਉਹਨਾਂ ਨੂੰ ਹੋਰ ਸਾਰੇ ਇਸ਼ੂਜ਼ ਨੇ। ਪਰ ਉਹਦਾ ਕਾਰਨ ਇਹ ਹੈ, ਜੇ ਤੁਸੀਂ ਐਕਸਰਸਾਈਜ਼ ਕਰਦੇ ਹੋਰ ਜਾਂ ਕਰਦੇ ਤਾਂ ਯੂ ਡੋਂਟ ਹੈਵ ਟੂ ਵਰੀ ਅਬਾਊਟ ਇਟ। ਪਹਿਲਾ ਫੇਸ ਊਂਘ ਦਾ ਹੈ, ਉਹਦੇ ਲਈ ਉਹ ਜੋ ਤੁਹਾਨੂੰ ਬੈੱਡ ਚਾਹੀਦਾ ਹੈ, ਕਮਰੇ 'ਚ ਹਨੇਰਾ, ਸਾਰਾ ਕੁਝ, ਬੰਦਾ ਸੁੱਤਾ ਜਾਗਿਆ ਹੁੰਦਾ, ਆਲੇ ਦੁਆਲੇ ਦਾ ਪਤਾ ਵੀ ਹੁੰਦਾ, ਪਰ ਨੀਂਦ ਆ ਰਹੀ ਹੁੰਦੀ। ਫਿਰ ਸੈਕਿੰਡ ਫੇਸ ਸ਼ੁਰੂ ਹੁੰਦਾ, ਜਿਹਦੇ ਸੁਪਨੇ ਸ਼ੁਰੂ ਹੁੰਦੇ ਰਾਈਟ ਵੇ, ਬੰਦਾ ਡਰੀਮਸ ਵਿੱਚ ਚਲਾ ਜਾਂਦਾ ਹੈ। ਅਤੇ ਡਰੀਮਸ ਦੇ ਵਿੱਚ ਇਹ ਕੌਨਸ਼ੀਅਸ ਕਿੰਨਾ ਅਨਕੌਨਸ਼ੀਅਸ ਨੂੰ ਪਕੜ ਪਾਉਂਦੀ ਹੈ, ਇਹ ਉੱਤੇ ਡਿਪੈਂਡ ਕਰਦਾ ਹੈਗਾ। ਇਸ ਤਰ੍ਹਾਂ ਕਹਿ ਲਓ ਕਿ ਸੁਪਨਾ ਲੰਘ ਜਾਂਦਾ, ਅਤੇ ਜੋ ਸਾਡੀ ਕੌਨਸ਼ੀਅਸ ਥੋੜ੍ਹਾ ਬਹੁਤਾ ਪਕੜ 'ਚ ਰਹਿ ਜਾਂਦਾ ਹੈ, ਉਹ ਇਸ ਤਰ੍ਹਾਂ ਕਿ ਹਾਥੀ ਲੰਘ ਗਿਆ, ਤੁਸੀਂ ਉਹਦੀ ਪੂਛਲ ਫੜ ਲਈ, ਯੂ ਹੈਵ ਜਸਟ ਐਕਚੁਅਲੀ ਸਮਾਲ ਟੇਲ ਇਨ ਯੂਰ ਹੈਂਡਸ, ਅਤੇ ਉਸ ਟੇਲ ਤੋਂ ਫਿਰ ਤੁਸੀਂ ਆਈਡੀਆ ਲਾਉਂਦੇ ਹੋ, ਗੱਲ ਕਿਹੜੀ ਹੋਈ ਹੋਏਗੀ, ਪਿੰਡ ਆਪਣਾ ਸੀ, ਬੰਦਾ ਫਲਾਣੇ ਜਗ੍ਹਾ ਤੋਂ ਸੀਗਾ, ਮੈਂ ਪੰਜਾਬ ਸੀ, ਬੰਦੇ ਕੈਨੇਡਾ ਦੇ ਸੀਗੇ, ਹੋ ਕੀ ਰਿਹਾ ਸੀਗਾ। ਐਕਚੁਅਲੀ ਜਸਟ ਯੂ ਹੈਵ ਲਿਟਲ ਟੇਲ ਆਫ ਦੈਟ ਹੋਲ ਐਪੀਸੋਡ। ਨਾਓ ਯੂ ਨੋਟ ਏਬਲ ਟੂ ਐਕਚੁਅਲੀ ਫਿਗਰ ਇਟ ਆਊਟ ਵਟਸ ਗੋਇੰਗ ਔਨ ਓਵਰ ਹੇਅਰ। ਉਹਦੇ ਵਿੱਚੋਂ ਫਿਰ ਇਹ ਐਨਾਲਿਟਿਕ ਜਿਹੜੀ ਹੈਗੀ ਅਪਰੋਚ ਨਿਕਲੀ। ਐਨਾਲਿਸਿਸ ਕਰੋ ਕੀ ਹੈਗਾ, ਇਮੈਜਨ ਕਰੋ ਇੱਥੇ ਕੀ ਬਣ ਰਿਹਾ, ਕੀ ਚੀਜ਼ਾਂ ਹੋ ਰਹੀਆਂ ਇਸ ਤਰੀਕੇ ਦੇ। ਇਹ ਸਾਰੇ ਦੇ ਬਾਬਤ ਇਹ ਹੈ ਕਿ ਇਹਨੂੰ ਅੱਜ ਦੀ ਦੁਨੀਆ 'ਚ ਲਿਟਰੇਚਰ ਦੇ ਵਿੱਚ ਕਿਹਾ ਜਾਂਦਾ ਇਟਸ ਅ ਮਿਜ਼ਰੀ। ਇਹ ਬੜੀ ਵੱਡੀ ਮਿਜ਼ਰੇਬਲ ਪਿਕਚਰ ਆ। ਜਦੋਂ ਬੰਦਾ ਐਵੇਂ ਦੀ ਮਿਜ਼ਰੀ ਵੀ ਦੇਖਦਾ, ਬੰਦਾ ਕਹਿੰਦਾ ਕੱਢਣ ਪਾਉਣ ਨੂੰ ਕੁਛ ਨਹੀਂ ਹੈਗਾ, ਛੱਡੋ ਪਰਾਂ। ਉਹ ਮਨ ਦੀ ਦੁਨੀਆ ਤੋਂ ਵੈਸੇ ਹੀ ਅਵੇਸਲ ਹੋ ਜਾਂਦਾ। ਅਤੇ ਇਸ ਮਨ ਦੇ ਵਿੱਚ ਕੀ ਚੱਲਦਾ ਹੈ, ਕਿਉਂ ਚੱਲਦਾ ਹੈ, ਕਿੱਥੋਂ ਆ ਰਿਹਾ, ਇਸ ਬਾਬਤ ਬੰਦੇ ਨੂੰ ਫਿਰ ਬਹੁਤੀ ਜ਼ਿਆਦਾ ਉਹਦਾ ਅਹਿਸਾਸ ਨਹੀਂ ਰਹਿੰਦਾ। ਅਤੇ ਹੁੰਦਾ ਇਹ ਹੈ ਕਿ ਜਾਂ ਤਾਂ ਉਹਨੂੰ ਡੰਡੇ ਨਾਲ ਚਲਾ ਲਓ, ਆਲੇ ਦੁਆਲੇ ਫੋਰਸਿਸ ਨੇ, ਉਹ ਫੋਰਸਿਸ ਗਰੀਬੀ ਵੀ ਹੋ ਸਕਦੀ ਹੈ। ਕੁਝ ਲੋਕ ਮਿਹਨਤ ਕਰੀ ਜਾਂਦੇ ਨੇ, ਕੰਮ ਕਰੀ ਜਾਂਦੇ ਨੇ, ਸਵੇਰੇ ਉੱਠੇ ਕੰਮ 'ਤੇ ਗਏ, ਸ਼ਾਮ ਨੂੰ ਆ ਗਏ, ਫਿਰ ਦੁਬਾਰਾ ਗਰੀਬੀ ਦਿਸਦੀ, ਗਰੀਬੀ ਹੰਢਾਈ ਕਿਤੇ ਡਰਾਉਂਦੀ ਉਹ। ਇਸ ਕਰਕੇ ਕਈ ਵਾਰ ਬੱਚਿਆਂ ਨੂੰ ਗਰੀਬੀ ਨਹੀਂ ਦਿਸਦੀ ਉਸ ਕਿਸਮ ਦੀ, ਅਤੇ ਬੱਚੇ ਉਵੇਂ ਕੰਮ ਨਹੀਂ ਕਰਦੇ, ਉਵੇਂ ਮਿਹਨਤ ਨਹੀਂ ਕਰਦੇ, ਅਤੇ ਫਿਰ ਬੰਦਾ ਸ਼ਿਕਾਇਤ ਵੀ ਕਰਦਾ ਵੀ ਕਿੱਡੇ ਪਾਗਲ ਨੇ, ਇਹਨਾਂ ਨੂੰ ਪਤਾ ਨਹੀਂ ਹੈਗਾ। ਇਸ ਤਰੀਕੇ ਨਾਲ ਭਾਈ ਜਿਹੜਾ ਡਰ ਤੈਨੂੰ ਦਿਸ ਰਿਹਾ ਰਾਖਸ਼, ਉਹਨਾਂ ਨੂੰ ਨਹੀਂ ਦਿਸਦਾ। ਦੇ ਡੋਂਟ ਹੈਵ ਐਕਸਪੀਰੀਅੰਸ। ਹੈ ਤੂੰ ਵੀ ਉਹਦੇ ਵਰਗਾ ਹੀ ਹੈ। ਜੇ ਤੈਨੂੰ ਉਹਦੀ ਜਗ੍ਹਾ 'ਤੇ ਫਿੱਟ ਕੀਤਾ ਜਾਂਦਾ, ਉੱਥੇ ਲਿਆ ਕੇ ਸੇਮ ਜੈਨੇਟਿਕ ਮੇਕਅਪ ਤੇਰਾ, ਇੱਥੇ ਉਹ ਚੀਜ਼ ਹੋਣੀ ਸੀਗੀ। ਅਤੇ ਬਹੁਤੀ ਵਾਰ ਹੁੰਦਾ ਵੀ ਐਵੇਂ ਹੈ। ਮਨ ਪੇਖਣ ਦਾ ਮਾਇਨਾ ਸਮਝੋ, ਚੀਜ਼ਾਂ ਨੂੰ ਸਹੀ ਪਰਸਪੈਕਟਿਵ 'ਚ ਅੰਡਰਸਟੈਂਡ ਕਰਨਾ। ਕਈਆਂ ਨੂੰ ਵੈਸੇ ਡਰ ਹੁੰਦਾ ਆ, ਕੋਈ ਕਿਸੇ ਕਿਸਮ ਦਾ ਚੈਲੰਜ, ਕੋਈ ਕਿਸੇ ਈਰਖਾ ਦਵੈਖ ਵਿੱਚੋਂ ਚੀਜ਼ਾਂ ਆ ਜਾਂਦੀਆਂ ਨੇ, ਕਿਸੇ ਨੂੰ ਈਰਖਾ ਵਾ ਸਾੜਨ ਵਾਸਤੇ ਬੰਦਾ ਸੋਚਦਾ ਅੱਗੇ ਲੰਘ ਜਾਈਏ। ਦੇਰ ਸੋ ਮੈਨੀ ਫੋਰਸਿਸ ਮਨ ਚਲਾ ਰਿਹਾ। ਪਰੰਤੂ ਕੋਈ ਵੀ ਚੀਜ਼ ਜਿਹੜੀ ਆਈਡੀਅਲ ਨਹੀਂ ਹੈਗੀ। ਆਈਡੀਅਲ ਤਾਂ ਇਹ ਹੈਗਾ ਕਿ ਬੰਦਾ ਅਵੇਅਰ ਹੋਏ, ਵਟ ਐਵਰ we do, we should have the proper reasons, we should have the proper plan, and we should know why are we doing it, ਕਾਰਨ ਕੀ ਇਹਦਾ ਕਰਨ ਦਾ। ਈਵਨ ਬੰਦਾ ਪਾਠ ਵੀ ਕਰੇ ਨਾ, ਤੇ ਉਹਦਾ ਵੀ ਰੀਜ਼ਨ ਬੰਦੇ ਨੂੰ ਪਤਾ ਹੋਵੇ, ਮੈਂ ਪਾਠ ਕਿਉਂ ਕਰ ਰਿਹਾ। ਇਹ ਅਵੇਅਰਨੈਸ ਹੈ। ਮੈਂ ਛੋਟੀ ਜਿਹੀ ਮਿਸਾਲ ਦੇਣਾ ਇੱਥੇ, ਕਿਉਂਕਿ ਇਸ ਤਨ ਮੈਂ ਮਨ ਕੋ ਗੁਰਮੁਖ ਪੇਖਾ, ਗੁਰਮੁਖ ਦੇਖਾ। ਇਹ ਗੁਰਬਾਣੀ ਸਾਨੂੰ ਬਹੁਤ ਹਾਇਰ ਲੈਵਲ 'ਤੇ ਲੈ ਜਾਂਦੀ, ਐਜੂਕੇਸ਼ਨ ਦਿੰਦੀ। ਮੈਂ ਸ਼ਾਇਦ ਬਾਤ ਕੀਤੀ ਹੋਈ, ਮੇਰੇ ਸੱਜਣ ਸੀਗੇ UK ਤੋਂ, ਮੈਨੂੰ ਵਿਜ਼ਿਟ ਕਰਨ ਲਈ ਆਏ, ਬੜੇ ਐਜੂਕੇਸ਼ਨਲ ਸਾਈਕੋਲੋਜਿਸਟ ਨੇ,
ਤੇ ਉਹਨਾਂ ਦਿਨਾਂ 'ਚ ਮੈਂ ਇੱਕ ਬੱਚਿਆਂ ਦਾ ਗਰੁੱਪ ਰਨ ਕਰ ਰਿਹਾ ਸੀਗਾ, ਤੇ ਉਹਨਾਂ ਦੇ ਪੇਰੈਂਟਸ ਕਈ ਵਾਰੀ ਉਹਨਾਂ ਨੇ ਕਹਿਣਾ ਕਿ ਓਕੇ ਜਿਹੜਾ ਹੈਗਾ ਭਾਈ ਸਾਹਿਬ ਕਦੀ ਪੇਰੈਂਟਸ ਦੇ ਵੀ ਆਪਣੇ ਇਸ਼ੂਜ਼ ਨੇ ਉਹਨਾਂ 'ਤੇ ਗੱਲ ਕੀਤੀ ਜਾਏ। ਤੇ ਮੈਂ ਕਿਹਾ ਠੀਕ ਆ। ਉਹ ਬਾਈ ਚਾਂਸ ਕੀ ਹੋਇਆ, ਉਹ ਆਏ ਸੀਗੇ, ਤੇ ਮੈਂ ਕਿਹਾ ਇਟਸ ਅ ਗੁੱਡ ਟਾਈਮ, ਲੈਟਸ ਹੈਵ ਸਮ ਕਾਈਂਡ ਆਫ ਡਿਸਕਸ਼ਨ ਵਿਦ ਪੇਰੈਂਟਸ। ਮੈਂ ਭਾਈ ਸਾਹਿਬ ਨੂੰ ਉਸ ਗਰੁੱਪ ਵਿੱਚ ਲਿਆਂਦਾ, ਇੰਟਰੋਡਿਊਸ ਕੀਤਾ ਵੀ ਪੇਰੈਂਟਸ ਵਾਂਟ ਟੂ ਆਸਕ ਸਮ ਕੁਐਸਚਨਸ ਐਂਡ ਪਲੀਜ਼ ਕੈਨ ਯੂ ਆਨਸਰ। ਤੇ ਇਹ ਹੈਗਾ ਕਿ ਬੀਇੰਗ ਏ ਸਿੱਖ, ਬੀਇੰਗ ਏ ਸਟੂਡੈਂਟ, ਹਰ ਜਗ੍ਹਾ ਹੀ ਲਰਨ ਕਰਨ ਵਾਸਤੇ ਹੁੰਦੀ ਮੇਰੇ ਲਈ। ਤੇ ਆਈ ਵਾਜ਼ ਪਾਰਟੀਸਪੇਟਿੰਗ ਐਜ਼ ਵੈਲ ਐਜ਼ ਆਈ ਵਾਜ਼ ਓਬਜ਼ਰਵਿੰਗ ਵਟਸ ਗੋਇੰਗ ਔਨ ਓਵਰ ਹੇਅਰ। ਬਹੁਤ ਕੁਝ ਸਿੱਖਿਆ, ਬਹੁਤ ਕਮਾਲ ਦੀਆਂ ਗੱਲਾਂ ਹੋਈਆਂ ਮਾਪਿਆਂ ਵੱਲੋਂ, ਇੰਨੇ ਓਨੈਸਟ ਹੋ ਕੇ ਬੋਲੇ, ਉਹਨਾਂ ਨੇ ਇਤਨੇ ਓਨੈਸਟ ਓਪੀਨੀਅਨ ਦਿੱਤੇ, ਕਮਾਲ ਹੋ ਗਈ। ਮਤਲਬ ਦੈਟ ਵਾਜ਼ ਕਾਈਂਡ ਆਫ ਇਟਸ ਜਿਵੇਂ ਕੋਈ ਐਕਸਪੀਰੀਅੰਸ ਲੰਬੇ ਸਮੇਂ ਲਈ ਯਾਦ ਰਹਿੰਦਾ ਤੁਹਾਨੂੰ, ਇਹੋ ਜਿਹੀ ਚੀਜ਼ ਹੋਈ। ਕੁਝ ਬਹੁਤ ਸਾਰੇ ਸਵਾਲ ਆਏ, ਤੇ ਸਵਾਲ ਆਮ ਜਨਰਲ ਹੀ ਹੁੰਦੇ ਨੇ, ਕਦੀ ਮੌਕਾ ਬਣਿਆ 2-4 ਲੰਬੇ ਡਿਸਕਸ ਕਰ ਲਾਂਗੇ, ਪਰ ਟੂਕ ਮਾਤਰ ਇੱਕੋ ਬਾਤ ਕਰ ਲਾਂਗਾ। ਇੱਕ ਪੇਰੈਂਟ ਨੇ ਕਿਹਾ, ਤੇ ਬੜੀ ਓਨੈਸਟ ਲੈਵਲ ਤੇ ਕਿਹਾ, ਉਹ ਕਹਿੰਦੇ ਭਾਈ ਸਾਹਿਬ ਸਾਡੀ ਹੈਲਪ ਇਹ ਕਰੋ ਕਿ ਬੱਚੇ ਵੱਧ ਤੋਂ ਵੱਧ ਬਾਣੀ ਪੜ੍ਹਨ, ਇਹਨਾਂ ਨੂੰ ਬਾਣੀ ਪੜ੍ਹਨ ਵਾਲੇ ਪਾਸੇ ਲਾਈਏ। ਇਹ ਕਿਵੇਂ ਲਾ ਸਕਦੇ ਹਾਂ? ਪਲੀਜ਼ ਗਿਵ ਅਸ ਸਮ ਸਟ੍ਰੈਟਜੀਜ਼ ਵਿਚ ਵੀ ਕੈਨ ਫੋਲੋ ਐਂਡ ਦੈਨ ਕਿਡਸ ਗੋਨਾ ਐਕਚੁਅਲੀ ਸਟਾਰਟ ਰਿਸਾਈਟਿੰਗ ਬਾਣੀ। ਬੜਾ ਇੱਕ ਸਿੰਪਲ ਤੇ ਬੜਾ ਸਿੱਖ ਹੋਣ ਦੇ ਨਾਤੇ ਬੜਾ ਵਧੀਆ ਸਵਾਲ ਆ। ਭਾਈ ਸਾਹਿਬ ਨੇ ਸਵਾਲ ਸੁਣਿਆ, ਥੋੜਾ ਪੌਜ਼ ਲਿਆ, ਮਤਲਬ ਐਗਜ਼ੈਕਟਲੀ ਜੇ ਮੈਂ ਉਹਦੀ ਨਰੇਸ਼ਨ ਕਰਾਂ ਤੁਹਾਡੇ ਸਾਹਮਣੇ, ਤੇ ਉਹ ਪੌਜ਼ ਲੈ ਕੇ ਤੇ ਉਹ ਥੋੜ੍ਹੀ ਦੇਰ ਰੁਕ ਕੇ ਫਿਰ ਮੁਸਕਰਾ ਕੇ ਕਹਿੰਦੇ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ, ਮੈਂ ਦੇ ਦਾਂ, ਬਟ ਇਫ ਯੂ ਅਲਾਓ ਮੀ ਕੈਨ ਆਈ ਆਸਕ ਯੂ ਵਨ ਮੋਰ ਕੁਐਸਚਨ ਬਿਫੋਰ ਆਨਸਰਿੰਗ ਦਿਸ ਕੁਐਸਚਨ। ਉਹ ਕਹਿੰਦੇ ਦੱਸੋ। ਕਹਿੰਦੇ ਮੇਰਾ ਕੁਐਸਚਨ ਇਹ ਹੈ, ਤੁਸੀਂ ਬੱਚੇ ਨੂੰ ਬਾਣੀ ਪੜ੍ਹਾਉਣਾ ਕਿਉਂ ਚਾਹੁੰਦੇ ਹੋ? ਦੈਟਸ ਮਾਈ ਕੁਐਸਚਨ। ਹੁਣ ਉਹ ਪੇਰੈਂਟ 2 ਪਲ ਲਈ ਰੁਕੇ, ਉਹ ਕਹਿਣ ਲੱਗੇ ਵੀ ਸਾਰੇ ਹੀ ਕਹਿੰਦੇ ਨੇ ਬੱਚਿਆਂ ਨੂੰ ਬਾਣੀ ਪੜ੍ਹਾਉਣੀ ਚਾਹੀਦੀ ਹੈ, ਇਸ ਕਰਕੇ ਮੈਂ ਕਿਹਾ ਹੋਰ। ਤੇ ਉਹ ਕਹਿੰਦੇ ਨਹੀਂ, ਸੋਚ ਕੇ ਦੇਖੋ, ਬੱਚਾ ਬਾਣੀ ਪੜ੍ਹੇ ਤੇ ਕਿਉਂ ਪੜ੍ਹੇ? ਲੈਟਸ ਆਸਕ ਯੋਰਸੈਲਫ। ਇਹ ਰਿਐਲਿਟੀ ਹੈ। ਮੈਂ ਬਾਣੀ ਪੜ੍ਹਾਂ ਤੇ ਕਿਉਂ ਪੜ੍ਹਾਂ? ਬੱਚਾ ਬਾਣੀ ਪੜ੍ਹੇ, ਬੱਚਾ ਦੇਖੇ, ਯੂ ਨੋ ਮਾਈ ਡੈਡ ਡੂ ਪਾਠ every day, and when I compare my dad to actually people whom from the all over the world, then I can understand, yeah, my dad have really good coping mechanism in anger issues. Wow, where it's coming from? Definitely it's coming from part. My dad have huge patience. What would be the source for that? Part. Actual level ਤੇ ਜਦੋਂ ਇਹੋ ਜਿਹੀ ਚੀਜ਼ ਹੋਏਗੀ, ਤੁਸੀਂ ਕੀ ਸੋਚਦੇ ਹੋ? ਬੱਚਾ ਇਸ ਟ੍ਰੈਜਰ ਨੂੰ ਛੱਡ ਦੇਗਾ? ਨੋ ਵੇ। ਪਰ ਗੱਲ ਇਹ ਹੈ ਕਿ ਮੈਨੂੰ ਇਹ ਟ੍ਰੈਜਰ ਲੱਗਦਾ ਹੈ। If I'm getting anything from this treasure, then definitely other people, ਕਿਉਂਕਿ ਆਪ ਭਗਤ ਕरें, ਜੇ ਆਪ ਭਗਤੀ ਕਰ ਰਿਹਾ ਤਾਂ ਹੀ ਦੂਜਿਆਂ ਨੂੰ ਕਰਵਾਵਾਂਗਾ ਨਾ। ਆਪ ਤਰਨਾ ਨਾ ਆਵੇ, ਦੂਜਿਆਂ ਨੂੰ ਤਾਰਨ ਵਾਸਤੇ ਕਿਵੇਂ ਸਿਖਾ ਸਕਦਾ ਮੈਂ? ਇਹਦੇ 'ਚ ਗੱਲ ਇਹ ਹੈ, very first thing is we have to understand what our needs, ਸਾਡੀਆਂ ਲੋੜਾਂ ਕੀ ਨੇ। ਸਾਡੀ ਲੋੜ ਹੈ ਕਿ ਸਾਨੂੰ ਹਿਊਮਨ ਵਰਚੂਸ ਚਾਹੀਦੇ ਨੇ, ਗੁਣ ਚਾਹੀਦੇ ਨੇ। ਸਾਡੀ ਲੋੜ ਹੈ ਕਿ ਸਾਡਾ ਮਨ ਬੜਾ ਭਟਕਦਾ ਰਹਿੰਦਾ ਹਰ ਵਕਤ, ਇਸ ਮਨ ਨੂੰ ਅਸੀਂ ਟਿਕਾਣਾ ਹੈਗਾ। ਜੇ ਲੋੜ ਹੈ ਤੇ ਫਿਰ ਭਾਈ ਅਸੀਂ ਉਹਦਾ ਕੋਈ ਸੋਰਸ ਵੀ ਲੱਭਾਂਗੇ। ਇਹਦੇ ਬਾਰੇ ਦਾਨੇ ਲੋਕਾਂ ਨੇ ਬਾਤ ਕਹੀ ਹੈ, ਬੰਦੇ ਨੂੰ ਭੁੱਖ ਲੱਗੇ, when we feel some kind of starving for something, then definitely we can find out sources. ਅਸੀਂ ਸੋਰਸ ਵੀ ਲੱਭ ਲੈਂਦੇ ਹਾਂ। ਜਦੋਂ ਬੰਦੇ ਨੂੰ ਅਹਿਸਾਸ ਹੀ ਨਹੀਂਗਾ, ਇੱਕ ਸੁੱਤਾ ਪਿਆ ਹੀ ਤੁਰਿਆ ਜਾ ਰਿਹਾ, ਸੁੱਤੇ ਪਏ ਨੂੰ ਹੀ ਸਮਾਜ ਸੰਸਾਰ ਵਿੱਚ ਤੋਰ ਦਿੱਤਾ ਗਿਆ, ਤੇ ਉਵੇਂ ਹੀ ਤੁਰਿਆ ਜਾਂਦਾ ਹੈ।
ਮਤਲਬ ਆਪ ਨੂੰ ਸ਼ਾਇਦ ਪਤਾ ਹੋਏਗਾ, ਇੰਡੀਆ 'ਚ ਇੱਕ ਬੱਚੇ ਨੇ ਕੇਸ ਕਰਤਾ ਸੀ ਮਾਂ ਬਾਪ 'ਤੇ, ਬੜੀ ਚਰਚਾ ਹੋਈ ਸੀ ਇਹਦੀ। ਅਤੇ ਉਹ ਕੇਸ ਇਹ ਕੀਤਾ ਸੀਗਾ ਕਿ ਬਿਫੋਰ ਐਕਚੁਅਲੀ ਗਿਵਿੰਗ ਮੀ ਬਰਥ ਦੇ ਨੈਵਰ ਆਸਕ ਮਾਈ ਪਰਮਿਸ਼ਨ, ਕੰਸੈਂਟ ਨਹੀਂ ਲਿਆ ਮੇਰੇ ਤੋਂ, ਮੇਰੇ ਕੰਸੈਂਟ ਤੋਂ ਬਿਨਾਂ ਮੈਨੂੰ ਜਨਮ ਦਿੱਤਾ। ਸੋ ਇਸ ਕਰਕੇ ਦੇ ਹੈਵ ਦਿਸ ਰਿਸਪੋਂਸਿਬਿਲਿਟੀ, ਦੇ ਹੈਵ ਟੂ ਟੇਕ ਕੇਅਰ ਐਕਚੁਅਲੀ ਮਾਈ ਨੀਡਸ। ਇੰਡੀਆ ਇਹ ਕੇਸ ਕੀਤਾ ਉਹਨੇ, ਅਤੇ ਬੜੀ ਚਰਚਾ ਹੋਈ ਇਹਦੀ ਵੀ ਮੈਨੂੰ ਤੁਸੀਂ ਪੈਦਾ ਕਰਤਾ, ਮੈਂ ਕਿਹੜਾ ਪੈਦਾ ਹੋਣਾ ਚਾਹੁੰਦਾ ਸੀਗਾ, ਮੈਨੂੰ ਪੁੱਛਿਆ ਤੁਸੀਂ ਪੈਦਾ ਕੀਤਾ, ਤੁਸੀਂ ਸੰਭਾਲੋ, ਹੁਣ ਤੁਹਾਡੀ ਜ਼ਿੰਮੇਵਾਰੀ ਹੈ ਸਾਰੀ। ਅਤੇ ਉਹਦੀ ਬੜੀ ਚਰਚਾ ਚੱਲੀ। ਐਕਚੁਅਲੀ ਬੜੇ ਸਕਾਲਰ ਲੋਕ ਇਨਵੋਲਵ ਹੋਏ, ਸੋਸ਼ਲ ਸਟਰਕਚਰ 'ਚ ਬੜੀ ਚਰਚਾ ਚੱਲੀ। ਮੈਂ ਖੁਦ ਕਈਆਂ ਨੂੰ ਫੋਲੋ ਕੀਤਾ ਉਹਦੇ ਵਿੱਚ, ਅਤੇ ਉਹ 'ਚ ਪਤਾ ਲੱਗਾ ਕਿ ਇੱਕ ਬੜੇ ਕਮਾਲ ਦੇ ਇੱਕ ਸਕਾਲਰ ਨੇ ਆਨਸਰ ਕੀਤਾ। ਉਹ ਕਹਿੰਦਾ ਗੱਲ ਇਹ ਹੈ ਵੀ ਜੋ ਮਾਂ ਬਾਪ ਨੂੰ ਪੁੱਛਿਆ ਜਾਏ ਵੀ ਉਹਨੂੰ ਪੁੱਛ ਰਿਹਾ ਵੀ ਮੈਨੂੰ ਤੁਸੀਂ ਪੁੱਛਿਆ ਨਹੀਂ ਗਾ, ਤਾਂ ਮੈਨੂੰ ਤੁਸੀਂ ਜਨਮ ਦੇ ਦਿੱਤਾ, ਆਈ ਨੈਵਰ ਵਾਂਟ ਟੂ ਕਮ ਇਨ ਦਿਸ ਵਰਲਡ, ਯੂ ਗਾਇਜ਼ ਐਕਚੁਅਲੀ ਬ੍ਰੌਟ ਮੀ ਹੇਅਰ, ਸੋ ਯੂ ਆਰ ਰਿਸਪੋਂਸੀਬਲ ਫਾਰ ਮਾਈ ਐਕਚੁਅਲੀ ਹੋਲ ਨੀਡਸ। ਅਤੇ ਉਹ ਕਹਿੰਦਾ ਵੀ ਉਹ ਕੀ ਕਹਿਣ, ਉਹ ਕਹਿੰਦੇ ਉਹ ਜਵਾਬ ਦੇਣ ਵੀ ਸਾਨੂੰ ਵੀ ਨਹੀਂ ਪੁੱਛਿਆ ਗਿਆ, ਸਾਨੂੰ ਕਿਹੜਾ ਪੁੱਛਿਆ ਸੀ ਕਿਸੇ ਨੇ। ਸੋ ਸੇਮ ਵੇ ਇਟਸ ਗੋਇੰਗ ਦ ਹੋਲ ਟ੍ਰੇਲ ਆਲ ਦਾ ਵੇ ਅਪ ਟੂ ਗੋਡ। ਵੀ ਇੱਧਰ ਕੋਈ ਰੱਬ ਦਾ ਕੋਈ ਭਾਣਾ ਆ, ਉਹਦਾ ਹੁਕਮ ਆ, ਉੱਥੋਂ ਚੱਲ ਰਿਹਾ, ਸੋ ਅੱਗੇ ਚੱਲੀ ਜਾ ਰਿਹਾ ਇਸ ਤਰੀਕੇ ਨਾਲ। ਸੋ ਇਸ ਕਿਸਮ ਦਾ ਇੱਕ ਟ੍ਰੇਲ ਬਣਾ ਲਓ ਸਾਰੇ ਦੀ ਸਾਰੀ, ਤਾਂ ਉਹਦੇ ਨਾਲ ਜਿੰਦ ਛੁੱਟ ਜਾਏਗੀ। ਕਿ ਵਾਕਿਆ ਜੋ ਜਿੰਦ ਐਵੇਂ ਛੁੱਟੀ ਵੀ ਇਹ ਪਿੱਛੋਂ ਆ ਰਿਹਾ ਤਾਂ ਅੱਗੇ ਜਾ ਰਿਹਾ ਇਸ ਤਰੀਕੇ ਦੇ ਨਾਲ। ਪਰ ਰਿਐਲਿਟੀ 'ਚ ਦੇਖਿਆ ਜਾਏ ਕਿ ਆਖਰਕਾਰ ਕੁਛ ਕਰਨਾ ਹੈ ਤੇ ਕਿਉਂ ਕਰਨਾ ਆ, ਅੰਦਰ ਕਿਹੜੀ ਚੀਜ਼ ਚੱਲ ਰਹੀ ਹੈ, ਕਿਸ ਚੀਜ਼ ਨੂੰ ਮੈਂ ਫੁਲਫਿਲ ਕਰਨਾ ਚਾਹੁੰਦਾ ਆ। ਮਨ ਪੇਖਣਾ, ਮਨ ਇਹ ਹੈ, ਮਨ ਤੁਹਾਡੀ ਉਹ ਡਰਾਈਵਿੰਗ ਫੋਰਸ ਆ, ਤੁਹਾਡੀ ਉਹ ਕ੍ਰੇਵਿੰਗ ਆ, ਤੁਹਾਡੀ ਉਹ ਅੰਦਰ ਦੀ ਭੁੱਖ ਆ, ਉਹ ਲੋੜ ਆ, ਜਿਹਨੂੰ ਤੁਸੀਂ ਬੜੇ ਧਿਆਨ ਨਾਲ ਅੰਡਰਸਟੈਂਡ ਕਰੋਗੇ, ਦੇਖੋਗੇ, ਉਹਦੇ ਰੂਟਸ ਦੇਖੋਗੇ, ਫਿਰ ਜਾ ਕੇ ਉਹਦੇ ਅਕੋਰਡਿੰਗਲੀ। ਕਿਉਂਕਿ ਬੰਦਾ ਸੋਚਦਾ ਵੀ ਓਕੇ ਮੈਂ ਖੁਸ਼ ਨਹੀਂ ਹੈਗਾ ਤੇ ਫਲਾਂ ਫੈਮਿਲੀ ਬੜੀ ਖੁਸ਼ ਆ ਕਿਉਂਕਿ ਉਹਨਾਂ ਕੋਲ ਪੈਸਾ ਜ਼ਿਆਦਾ ਹੈ, ਲੈਟਸ ਅਰਨ ਮੋਰ ਮਨੀ। ਉਹ ਮੋਰ ਮਨੀ ਅਰਨ ਕਰਨ ਵਾਸਤੇ ਤੁਰ ਪਿਆ, ਉਹ ਪਤਾ ਮੁੜ ਕੇ ਲੱਗਾ ਵੀ ਮਨੀ ਤਾਂ ਬੜੀ ਅਰਨ ਕਰ ਲਈ ਪਰ ਖੁਸ਼ੀ ਨਹੀਂ ਆਈ ਕੁਛ ਵੀ, ਫਿਰ ਹੋਰ ਚੱਕਰ 'ਚ ਪੈ ਗਿਆ। ਫਿਰ ਬੰਦੇ ਨੇ ਕਿਹਾ ਛੱਡੋ ਪਰ ਮਨੀ ਅਰਨ ਕਰਨ ਨਾਲ ਨਹੀਂ, ਖਰਚ ਕਰੋ, ਸ਼ਾਪਿੰਗ ਕਰੋ, ਉਡਾਓ, ਕੁਝ ਜਿਹੜਾ ਹੈਗਾ ਮੌਜ ਮਸਤੀਆਂ, ਮੇਲੇ ਵੇਖੋ। ਫਿਰ ਇਹ ਵੀ ਕਰਕੇ ਦੇਖ ਲਿਆ। ਆਪਾਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ, ਸੁਖ ਨਾਹੀਂ ਬਹੁਤਾ ਤਨ ਖਾਟੈ, ਸੁਖ ਨਾਹੀਂ ਪੇਖੈ ਨਿਰਤ ਨਾਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ। ਕਮਾਈ ਜਾਓ ਦੇਸ਼ਾਂ ਦੇ ਦੇਸ਼, ਸਰਬ ਸੁੱਖਾਂ ਹਰ ਹਰ ਗੁਣ ਗਾਏ। ਐਕਚੁਅਲ ਲੈਵਲ ਤੇ ਜਿਹੜੀ ਸੁੱਖ, ਇਹ ਮਨ ਦੀ ਦਸ਼ਾ ਨੂੰ ਸਮਝਦਿਆਂ ਹੋਇਆ ਬਾਤ ਆਏਗੀ। ਜੇ ਬੰਦਾ ਉਹਨੂੰ ਨਹੀਂ ਅੰਡਰਸਟੈਂਡ ਕਰੇਗਾ, ਬੰਦਾ ਇੱਕ ਹਨੇਰੇ 'ਚ, ਜਿਹਨੂੰ ਕਹਿੰਦੇ ਨੇ ਡਾਰਕ ਹੰਟਿੰਗ, ਉਹਦੇ 'ਚ ਲੱਗਾ ਰਹੇਗਾ। ਤਾਂ ਕਈ ਵਾਰੀ ਉਮਰਾਂ ਲੰਘ ਜਾਂਦੀਆਂ ਡਾਰਕ ਹੰਟਿੰਗ ਕਰਦਿਆਂ। ਗੁਰਮੁਖ ਜਿਹਨੂੰ ਗੁਰੂ ਮਿਲ ਜਾਏ, ਜਿਹਨੂੰ ਅਸੀਂ ਮੈਂਟਰ ਕਹਿ ਸਕਦੇ ਹਾਂ, ਮਾਸਟਰ ਕਹਿ ਸਕਦੇ ਹੈਗੇ ਹਾਂ, ਉਹ ਵਿਖਾ ਦੇ ਕਿ ਅਲਟੀਮੇਟਲੀ ਤੇਰੀ ਲੋੜ ਕੀ ਹੈ, ਤੈਨੂੰ ਚਾਹੀਦਾ ਕੀ ਹੈ। ਅਸੀਂ ਤੇ ਉਹ ਲੋਕ ਦੇਖੇ ਨੇ, ਲੋਕ ਕਹਿੰਦੇ ਨੇ ਕਿ ਭਾਈ ਬੰਦੇ ਦੇ ਜਿਹੜੀ ਹੈਗੀ ਹੈ ਭੁੱਖ, ਬੰਦੇ ਦੀਆਂ ਫਿਜ਼ੀਕਲ ਨੀਡਸ, ਦੇ ਆਲਵੇਜ਼ ਡਰਾਈਵ ਹਿਊਮਨ। ਸਾਡੇ ਕੋਲ ਤੇ ਸ਼ਹਾਦਤਾਂ ਪਾਉਣ ਵਾਲੇ ਲੋਕ ਬੈਠੇ ਨੇ ਜਿਨ੍ਹਾਂ ਨੂੰ ਆਫਰ ਕਰਦੇ ਨੇ ਉਹ। ਜਿਵੇਂ ਸਿੱਖ ਤਵਾਰੀਖ 'ਚੋਂ ਬਾਤ ਕਰਾਂ ਤੇ ਕੋਈ ਲੁਕੀ ਛਿਪੀ ਬਾਤ ਨਹੀਂ, ਤੁਸੀਂ ਹਿਸਟਰੀ 'ਚ ਕਿੰਨੀ ਵਾਰੀ ਪੜ੍ਹਿਆ ਹੋਣਾ, ਕਥਾ ਗੁਰੂ ਸੁਤਨ ਕੀ ਜਾਂ ਕੁਝ ਹੋਰ ਇਹੋ ਜਿਹੇ ਦਸਤਾਵੇਜ਼ ਨੇ ਜਿਹੜੇ ਇਸ ਗੱਲ ਨੂੰ ਬਿਲਕੁਲ ਉਸ ਤਵਾਰੀਖ ਵਿੱਚੋਂ ਕੱਢ ਕੇ ਲਿਆਉਂਦੇ ਨੇ। ਜਦੋਂ ਵਜ਼ੀਰ ਖਾਂ ਸਰਹੰਦ ਦੀ ਕਚਹਿਰੀ ਦੇ ਵਿੱਚ ਆਪਣੇ ਮਨ ਦੀ ਮਨਸ਼ਾ ਦਾ ਇਜ਼ਹਾਰ ਕਰਦਾ ਹੈ, he had some kind of expectations ਇਹ ਸੀਗੀਆਂ ਕਿ ਇੱਛਾਵਾਂ ਇਹ ਸੀਗੀਆਂ, ਚਾਹਤਾਂ ਇਹ ਸੀਗੀਆਂ ਕਿ ਇਹ ਬੱਚੇ ਕਨਵਰਟ ਕਰ ਲਈਏ। ਮਤਲਬ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੇ ਗੁਰੂ, ਕਿਸੇ ਦੇ ਧਰਮ ਵਾਸਤੇ ਕੁਰਬਾਨੀ ਕਰ ਦਿੱਤੀ, ਤੇ ਉਹਨਾਂ ਦੀ 3rd ਜਨਰੇਸ਼ਨ ਹੀ ਹੈ, ਆਪਾਂ ਕਨਵਰਟ ਕਰ ਦਿੰਦੇ। ਕੰਮ ਨਿਬੜਿਆ ਸਾਰਾ ਇਸ ਭਾਰਤੀ ਖਿੱਤੇ ਦੇ ਵਿੱਚ, ਜਿੱਥੇ ਲੋਕ ਆਪਣੇ ਆਪ ਨੂੰ ਬੜੇ ਉਸ ਗੁਰੂ ਨਾਲ ਜੋੜ ਰਹੇ ਨੇ, ਜਿਹਨੇ ਉਹਨਾਂ ਨੂੰ ਹੀਰੋਇਕ ਲੈਵਲ ਦਾ ਇੱਕ ਆਲਮੀ ਵਿਚਾਰਧਾਰਾ ਨਾਲ ਜੋੜ ਦਿੱਤਾ ਹੈਗਾ। ਤੇ ਆਪਾਂ ਇੱਕ ਕੰਮ ਕਰੀਏ, ਉਹਦੀ ਬਿਲਕੁਲ ਇੱਥੇ ਉਹਦੀ ਟ੍ਰੇਲ ਤੋੜ ਦਈਏ, ਇੱਥੇ ਉਹਦਾ ਸਾਈਕਲ ਤੋੜ ਦਈਏ। ਤੇ ਉਹਨੇ ਕਿਹਾ ਵੀ ਇਹ ਕੰਮ ਕਰਨਾ ਆ,
ਕਾਜ਼ੀ ਨੂੰ ਕਿਹਾ ਵੀ ਕਿੱਦਾਂ ਕੀਤਾ ਜੋ, ਕਹਿੰਦਾ ਗੱਲ ਹੀ ਕੁਛ ਨਹੀਂ, ਬੱਚਿਆਂ ਦੀ ਕਨਵਰਜਨ ਕਿੰਨੀ ਕੁ ਔਖੀ ਹੈ, ਆਪਾਂ ਤੇ ਵੱਡੇ ਵੱਡੇ ਨਹੀਂ ਛੱਡੇ, ਇਹ ਤਾਂ ਗੱਲ ਹੀ ਕੁਛ ਨਹੀਂ ਹੈ। ਜਿੱਥੋਂ ਫਿਰ ਗੱਲ ਸ਼ੁਰੂ ਕਰਦੇ ਨੇ, ਸਾਮ ਦਾਮ ਦੰਡ ਭੇਦ 4 ਤਰੀਕੇ ਨੇ ਜਿਹੜੇ ਭਾਰਤੀ ਖਿੱਤੇ ਦੇ ਸ਼ਾਸਤਰਾਂ ਨੇ ਬੜੇ ਤਰੀਕੇ ਨਾਲ, ਬੜੇ ਸਫਿਸਟੀਕੇਟਡ ਵੇ ਨਾਲ ਐਕਸਪਲੇਨ ਕੀਤੇ। ਸਭ ਤੋਂ ਪਹਿਲਾ ਤਰੀਕਾ ਜਿਹੜਾ ਹੈਗਾ ਉਹ ਹੈਗਾ ਸਾਮ, ਖੁਸ਼ਾਮਦ ਕਰਨੀ, ਕਿਸੇ ਨੂੰ ਖੁਸ਼ ਕਰ ਲੈਣਾ, ਤਾਰੀਫ ਕਰਕੇ, ਵਡਿਆਈ ਕਰਕੇ, ਖਰੀਦ ਲੈਣਾ ਉਹਨੂੰ ਉਸ ਤਰੀਕੇ ਨਾਲ ਆਪਣੇ ਝੋਲੀ 'ਚ ਪਾ ਲੈਣਾ। ਜਿਉਵੇਂ ਨਾ ਹੋਏ ਦਾਮ, ਹਰ ਇੱਕ ਦੀ ਕੋਈ ਨਾ ਕੋਈ ਕੀਮਤ ਹੈ, ਕੀਮਤ ਅਦਾ ਕਰੋ ਤੇ ਕੰਮ ਠੀਕ ਹੈ। ਠੰਡ 'ਚ ਠਰੂ ਠਰੂ ਕਰਦੇ ਹੋਏ ਬੱਚਿਆਂ ਦੀ, ਛੋਟੇ ਛੋਟਿਆਂ ਦੀ ਕੀ ਕੀਮਤ ਹੋਏਗੀ? ਇੱਕ ਨਿੱਘਾ ਲਿਬਾਸ, ਦੈਟ ਵੁੱਡ ਬੀ ਐਨਫ। ਇਹ ਨਹੀਂ ਤੇ ਕੋਈ ਬਹੁਤ ਵਧੀਆ ਖਾਣ ਵਾਲੀ ਚੀਜ਼, ਇਹ ਨਹੀਂ ਤੇ ਕੁਝ ਹੋਰ ਇਸ ਤੋਂ ਹਾਇਰ ਲੈਵਲ ਦਾ ਕੋਈ ਖੇਡਣ ਵਾਸਤੇ, ਕੋਈ ਪਲੇ ਕਰਨ ਵਾਸਤੇ ਕੋਈ ਟੋਏ, ਕੁਝ ਹੋਰ ਚੀਜ਼ ਲੈ ਆਓ, ਦੈਟਸ ਇਟ। ਇਸ ਤੋਂ ਵੱਡੀ ਕੋਈ ਗੱਲ ਨਹੀਂ। ਹੁਣ ਉਹ ਬੱਚਿਆਂ ਨਾਲ ਬਾਤ ਪਾਉਂਦਾ, ਜਦੋਂ ਅਸੀਂ ਉਹਦੀ ਇੰਟਰਪ੍ਰੀਟੇਸ਼ਨ 'ਚ ਜਾਂਦੇ ਹਾਂ, ਹਾਲਾਂਕਿ ਉੱਥੇ ਕੁਝ ਹੋਰ ਤਰੀਕੇ ਨਾਲ ਡਿਟੇਲ ਹੈ, ਪਰ ਉਹਦੀ ਨਰੇਸ਼ਨ ਨੂੰ ਜਦੋਂ ਐਕਸਪਲੇਨ ਕਰਦੇ ਹਾਂ ਅਸੀਂ, ਸਾਹਿਬਜ਼ਾਦਾ ਫਤਿਹ ਸਿੰਘ ਤੇ ਛੋਟੇ ਨੇ, ਜ਼ੋਰਾਵਰ ਸਿੰਘ ਥੋੜ੍ਹੇ ਵੱਡੇ ਨੇ, ਤੇ ਉਹ ਕਾਜ਼ੀ ਬਾਤ ਪਾਉਂਦਾ ਵੀ ਬੱਚਿਓ ਗੱਲ ਇਹ ਹੈ ਵੀ ਮੈਨੂੰ ਪਤਾ ਤੁਹਾਨੂੰ ਠੰਡ 'ਚ ਰੱਖਿਆ, ਠੰਡੇ ਬੁਰਜ 'ਚ ਤੁਹਾਡੀ ਦਾਦੀ, ਉਸ ਤਰੀਕੇ ਨਾਲ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਦੱਸਦਾ, ਤੁਹਾਡੇ ਪਿਤਾ, ਉਹਨਾਂ ਨੂੰ ਜਿਹੜਾ ਹੈਗਾ ਉਹ ਨਹੀਂ ਹੈਗੇ ਹੁਣ, ਵੀ ਭਰਾ ਵੀ ਨਹੀਂ ਹੈਗੇ, ਇਸ ਕਿਸਮ ਨਾਲ ਸਾਰੀ ਬਾਤ ਡਰ ਪੈਦਾ ਕਰਦਾ। ਡਰ ਪੈਦਾ ਕਰਕੇ ਫਿਰ ਉਹ ਕਹਿੰਦਾ ਕਿਉਂਕਿ ਹੁਣ ਇਹ ਹੈ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਮੈਂ ਹੈਗਾ, ਤੁਸੀਂ ਦੱਸੋ ਮੈਂ ਤੁਹਾਡੀ ਕਿਹੜੀ ਲੋੜ ਪੂਰੀ ਕਰਾਂ। ਜਦੋਂ ਇਹ ਬਾਤ ਹੁੰਦੀ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਵਿੱਚ ਹੀ ਟੋਕਦੇ ਹੋ ਕਾਜ਼ੀ ਨੂੰ, ਕਹਿੰਦੇ ਨੇ ਵੀ ਕਾਜ਼ੀ ਗੱਲ ਇਹ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਗੁਰੂ ਨੂੰ ਕੌਣ ਜਿਹੜਾ ਹੈਗਾ ਖਤਮ ਕਰ ਸਕਦਾ ਹੈ, ਸਾਡੇ ਪਿਤਾ ਨੂੰ ਕੌਣ ਖਤਮ ਕਰ ਸਕਦਾ ਹੈ। ਕਾਜ਼ੀ ਇਹ ਗੱਲਾਂ ਸਾਡੇ ਸਾਹਮਣੇ ਨਹੀਂ ਚੱਲਣੀਆਂ। ਉਹਨੂੰ ਲੱਗਾ ਬੱਚੇ ਇੰਟਲੈਕਚੁਅਲ ਨੇ, ਬੌਧਿਕ ਨੇ, ਇਹ ਉਹ ਗੱਲ ਨਹੀਂ ਹੈ ਉਨੀ ਕਿ ਵੀ ਕੋਈ ਗਰਮ ਲਿਬਾਸ ਵਾਸਤੇ ਜਾਂ ਮੈਂ ਉਸ ਤਰੀਕੇ ਨਾਲ, ਇਹ ਅਭੋਲ ਉਸ ਤਰੀਕੇ ਦੇ ਬੱਚੇ ਨਹੀਂ ਹੈਗੇ। ਉਹਨੇ ਕੋਈ ਗੱਲ ਨਹੀਂ, ਆਪਾਂ ਥੋੜ੍ਹੀ ਐਕਸਟਰਾ ਲੈਵਲ 'ਤੇ ਗੱਲ ਹੈ। ਉਹਨੇ ਕਹਿੰਦਾ ਬੱਚੇ ਤੁਸੀਂ ਅੰਡਰਸਟੈਂਡ ਕਰਦੇ ਹੋ, ਸਪੋਜ਼ ਕਰੋ ਤੁਹਾਨੂੰ ਛੱਡ ਦਿੰਦੇ ਹਾਂ, ਤੁਸੀਂ ਇੱਥੋਂ ਛੁੱਟ ਜਾਂਦੇ ਹੋ ਕਚਹਿਰੀ 'ਚੋਂ, ਕੀ ਕਰੋਗੇ? ਜਾ ਕੇ ਸਿੱਖਾਂ ਨੂੰ ਇਕੱਠੇ ਕਰੋਗੇ, ਰਾਜ ਭਾਗ ਬਣਾਓਗੇ, ਮਹਿਲਵਾੜੀਆਂ ਬਣਾਓਗੇ, ਵੱਡੇ ਕਿਲੇ ਬਣਾਓਗੇ, ਸਭ ਕੁਝ, ਮਤਲਬ ਐਂਡ ਆਫ ਦਾ ਐਂਡ ਗੇਮ ਤੇ ਹੀ ਹੈ ਨਾ, ਅਖੀਰ ਤੁਸੀਂ ਰਾਜੇ ਮਹਾਰਾਜੇ ਬਣੋਗੇ, ਉਹ ਸਭ ਕੁਝ ਬਣੋਗੇ। ਜੱਜ ਹੀ ਬਣਾ ਦੀ ਤੁਹਾਨੂੰ ਤੇ, ਹਾਊਸ ਦੈਟ, ਹੁਣੇ ਵਿਦਆਊਟ ਐਕਚੁਅਲੀ ਪੁਟਿੰਗ ਐਨੀ ਐਫਰਟ। ਉਹ ਕਿਵੇਂ? ਤੁਸੀਂ ਹਾਂ ਕਰੋ। ਆ ਜਿਹੜੇ ਵੱਡੇ ਵੱਡੇ ਅਫਸਰ ਬੈਠੇ ਨਾ ਇੱਥੇ ਅੱਜ ਦੇ ਦਰਬਾਰ ਦੇ ਵਿੱਚ, ਵਜ਼ੀਰ ਖਾਨ ਦੇ, ਇਹਨਾਂ ਦੀਆਂ ਬੇਟੀਆਂ ਦੇ ਡੋਲੇ ਲਿਆ ਦਿਆਂਗੇ ਤੁਹਾਨੂੰ, ਇਹਨਾਂ ਦੇ ਦਮਾਦ ਬਣਾ ਦਿਆਂਗੇ ਤੁਹਾਨੂੰ। ਐਂਡ ਹੀ ਵਾਜ਼ਨਟ ਸੇਇੰਗ ਐਨੀਥਿੰਗ ਐਕਚੁਅਲੀ ਦੈਟ ਇਟਸ ਅ ਲਾਈ, ਦੇ ਕੈਨ ਡੂ ਈਜ਼ੀਲੀ। ਕਾਜ਼ੀ ਦਾ ਹੁਕਮ ਹੁੰਦਾ, ਵਜ਼ੀਰ ਖਾਨ ਨੂੰ ਕਹਿੰਦਾ ਵੀ ਜੇ ਉਹਦੀ ਕੋਈ ਬੇਟੀ ਹੁੰਦੀ ਵੀ ਤੂੰ ਜਿਹੜਾ ਹੈਗਾ ਰਿਸ਼ਤਾ ਕਰਦੇ ਹੋਣਾ ਸੀ, ਇਸ ਤਰੀਕੇ ਨਾਲ। ਪਰ ਐਸੀ ਕਿਹੜੀ ਫੋਰਸ ਆ, ਨਾ ਉਹ ਭੁੱਖ, ਨਾ ਉਹ ਦੁੱਖ, ਨਾ ਕੋਈ ਲਾਲਚ, ਇਹ ਹਾਇਰ ਲੈਵਲ ਸਟੇਟ ਆਫ ਮਾਈਂਡ ਆ। ਇਹੋ ਆ ਜਿਹਨੇ ਮਨ ਨੂੰ ਬਹੁਤ ਗਹਿਰੇ ਤਲ ਤੇ ਕਿਤੋਂ ਅੰਦਰੋਂ ਵੇਖ ਲਿਆ ਆ। ਉਹਨੂੰ ਪਤਾ ਆ ਇਹ ਤਨ ਮਿੱਟੀ ਦਾ ਪੁਤਲਾ ਆ, ਕੀ 4 ਮਹਿੰਗੇ ਹੰਡਾਲੇ ਕੱਪੜੇ ਤੇ 4 ਸਸਤੇ ਹੰਡਾਲੇ, ਇਟਸ ਨੋਟ ਅ ਬਿਗ ਡੀਲ। ਇਹ ਹੈ ਗੁਰਮੁਖ ਦਾ ਵੇਖਣਾ। ਅਦਰਵਾਈਜ਼ ਲੋਕੀ ਤੇ ਇਸੇ ਗੱਲ ਦੀ ਇਨਫੀਰੀਟੀ 'ਚ ਬੈਠੇ ਨੇ, ਇਨਫੀਰੀਅਰ ਫੀਲ ਕਰੀ ਜਾਂਦੇ ਨੇ, ਯੂ ਨੋ ਮੇਰਾ ਕੱਪੜਾ ਦੂਜੇ ਨਾਲੋਂ ਘੱਟ ਕੀਮਤੀ ਹੈ, ਆਮ ਐਕਚੁਅਲੀ ਆਮ ਲੋਅਰ ਕੰਪੇਅਰ ਟੂ ਦੈਮ, ਮੇਰਾ ਰੰਗ ਜਿਹੜਾ ਦੂਜੇ ਨਾਲੋਂ ਥੋੜਾ ਜਿਹਾ ਜ਼ਿਆਦਾ ਡਾਰਕ ਆ, ਆਈ ਡੋਂਟ ਥਿੰਕ ਸੋ, ਦੈਟਸ ਨਾਟ ਗੁੱਡ। ਹੁਣ ਇਹ ਐਕਚੁਅਲ ਬੰਦੇ ਨੂੰ ਅਹਿਸਾਸ ਹੀ ਨਹੀਂ ਹੈਗਾ, ਉਹ ਬੰਦੇ ਇਸ ਮਿੱਟੀ ਤੋਂ ਆਇਆ, ਇਹ ਇਸ ਤਰੀਕੇ ਨਾਲ ਐਕਿਊਮੂਲੇਟ ਹੋਈ ਹੈ, ਇਸ ਕਿਸਮ ਦੇ ਨਾਲ ਇਵੋਲਵ ਹੋਈ ਹੈ, ਤੇ ਜੀਵਨ ਮਿਲਿਆ ਕਿਸੇ ਮਕਸਦ ਭਗਤੀ ਵਾਸਤੇ। ਜਦੋਂ ਇਹ ਚੀਜ਼ ਆ ਗਈ, ਗੁਰੂ ਨੇ ਵਿਖਾਤੀ, ਮਨ ਦਾ ਇੱਕ ਹਾਇਰ ਲੈਵਲ ਆ ਗਿਆ। ਉੱਥੇ ਹਿਊਮਨ ਲਾਈਫ ਦਾ ਐਕਚੁਅਲ ਜਿਹੜੀ ਰਿਜੋਇਨੈਸ ਹੈ ਉਹਦੀ ਗੱਲ ਹੁੰਦੀ ਹੈ। ਫਿਰ
ਗੁਰੂ ਅਮਰਦਾਸ ਸਾਹਿਬ ਤੇ ਬਾਤ ਕਰਦੇ, ਇਸ ਤਨ ਮੈਂ, ਕਿਉਂਕਿ ਇਹਦੇ ਚੋਂ ਨਿਕਲਦਾ ਹੀ ਨਹੀਂ ਬਾਹਰ ਬੰਦਾ, ਇਹਦੀ ਭੁੱਖ, ਇਹਦਾ ਕੱਪੜਾ, ਇਹਦੀ ਲੋੜ, ਇਹਦਾ ਰੰਗ, ਇਹਦੇ ਚ ਇਤਨਾ ਬੁਰੀ ਤਰ੍ਹਾਂ ਫਸਿਆ ਆ ਕਿ ਉਹ ਦਿਸਦਾ ਹੀ ਨਹੀਂ ਕਿ ਐਕਚੁਅਲੀ ਹੋ ਕੀ ਰਿਹਾ ਮੇਰੇ ਨਾਲ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਪਿੱਛੇ ਬੈਠੀ ਚੀਜ਼ ਨੂੰ ਪਕੜਦਾ ਹੈ ਉਹ। ਭਾਏ ਭਗਤ ਜਾਂ ਹਉਮੈ ਸੁਖ ਹੈ। ਭਾਵਨੀ ਭਗਤ ਜਿਹੜੀ ਹੈ ਨਾ, ਇਹ ਕਈ ਵਾਰ ਕਿਹਾ ਜਾਂਦਾ ਹੈ, ਸੌਰੀ ਮੈਂ ਵਰਡ ਥੋੜੇ ਭਾਰੇ ਯੂਜ਼ ਕਰਨ ਲੱਗਾ, ਵੈਸੇ ਭਾਰੇ ਇਸ ਕਰਕੇ ਲੱਗਣਗੇ ਕਿਉਂਕਿ ਅਸੀਂ ਬਹੁਤੀ ਵਾਕਫੀਅਤ ਨਹੀਂ ਰੱਖਦੇ। There are two kind of devotional practices in Indian subcontinent or in Indian heritage. One is Nirgun and second is Sargun. Sargun ਹੁੰਦਾ ਹੈ ਕਿ ਇੱਕ ਆਈਡੀਅਲ ਪਿਕਚਰ ਬਣਾ ਲੈਣੀ ਆਪਣੇ ਦੇਵਤੇ ਦੀ, ਕੋਈ ਵੀ ਇਸ਼ਟ ਦੀ, ਰੱਬ ਦੀ, ਤੇ ਉਹਨੂੰ ਫਿਰ ਉਸੇ ਤਰੀਕੇ ਨਾਲ ਉਹਦੀ ਪੂਜਾ ਕਰੀ ਜਾਣੀ, ਮੂਰਤੀ ਬਣਾ ਲੈਣੀ, ਕਲਪਨਾ ਕਰੀ ਜਾਣੀ। ਜਿਵੇਂ ਭਾਰਤੀ ਖਿੱਤੇ 'ਚ ਜਿਹੜਾ ਸੂਰਦਾਸ, ਗੁਰਬਾਣੀ ਵਾਲਾ ਨਹੀਂ, ਦੂਸਰਾ ਸੂਰਦਾਸ, ਤੁਲਸੀਦਾਸ ਜਾਂ ਮੀਰਾ ਉਹ ਸਾਰੀ ਉਮਰ ਹੀ ਭਜਨ ਗਾਈ ਗਈ, ਮੈਂ ਕ੍ਰਿਸ਼ਨ ਨਾਲ ਵਿਆਹੀ ਹੈਗੀ ਹਾਂ, ਮੇਰਾ ਪਤੀ ਹੈਗਾ ਉਹ ਸਾਰੇ ਦੇ 'ਚ ਗੁਰੂ ਗ੍ਰੰਥ ਸਾਹਿਬ ਜੀ ਬੜੇ ਸ਼ਬਦ ਨੇ ਇਹੋ ਜਿਹੇ। ਪਰ ਡਿਫਰੈਂਟ ਕੀ ਹੈਗਾ ਇਹਨਾਂ 'ਚ? ਡਿਫਰੈਂਸਿਸ, ਵਾਟ ਆਰ ਦ ਡਿਫਰੈਂਸਿਸ ਬਿਟਵੀਨ ਦੈਮ? ਸਮ ਟਾਈਮ ਪੀਪਲ ਐਕਚੁਅਲੀ ਇੱਕ ਚੀਜ਼, ਬੱਚੇ ਜਿਹੜੇ ਲਿਟਰਲੀ ਬਹੁਤ ਸਟਰੋਂਗ ਨੇ ਮੁਲਕਾਂ 'ਚ, ਉਹਨਾਂ ਕਈ ਵਾਰੀ ਇਹੋ ਜਿਹੇ ਸਵਾਲ ਬੜੇ ਪਿਆਰੇ ਕਰਦੇ ਨੇ। ਗੁਰਬਾਣੀ ਦੇ ਵਿੱਚ ਗੁਰਮਤ ਨਿਰਗੁਣ ਤੇ ਸਰਗੁਣ ਦੋਹਾਂ ਦਾ ਸੁਮੇਲ ਹੈ, ਪਰ ਜਿਹੜੀ ਸਰਗੁਣ ਭਗਤੀ ਹੈ ਉਹ ਕਿਸੇ ਇੱਕ ਆਬਜੈਕਟ, ਮੂਰਤੀ, ਕਿਸੇ ਇੱਕ ਥਾਟ ਦੇ ਦੁਆਲੇ ਨਹੀਂ ਘੁੰਮਦੀ ਇਕੱਲੇ ਦੇ। ਉਹ ਐਕਚੁਅਲ ਲੈਵਲ ਤੇ ਤੁਹਾਨੂੰ ਹਿਊਮੈਨਿਟੀ 'ਚ ਇਨਵੋਲਵ ਕਰਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਬੰਦੇ ਨੂੰ ਸਾਰਿਆਂ ਦੀ ਸ਼ਕਲ ਰੱਬ ਦੀ ਸ਼ਕਲ ਦਿਸਣੀ ਚਾਹੀਦੀ ਹੈ। ਜਦੋਂ ਭਾਏ ਭਗਤ ਆਵੇ ਅੰਦਰ, ਭਾਏ ਭਗਤ ਇਹ ਆਵੇ, ਬੰਦੇ ਨੂੰ ਕੋਈ ਕਿਸੇ ਦੀ ਸ਼ਕਲ, ਕਿਸੇ ਦਾ ਗੁੱਸਾ, ਕਿਸੇ ਦਾ ਗਿਲਾ, ਕੋਈ ਮਾੜਾ ਚੰਗਾ ਦਿਸੇ ਹੀ ਨਾ, ਸੇਵਾ ਹੀ ਦਿਸੇ ਬਸ। ਇਹ ਭਾਏ ਭਗਤ ਹੈ ਸਿੱਖੀ ਦੀ। ਇਹਦੇ 'ਚ ਆ ਕੇ ਹਿਊਮੈਨਿਟੀ ਬੰਦੇ ਨੂੰ ਸਮਝ ਆਉਂਦੀ ਹੈ ਤੇ ਬੰਦਾ ਉਹਨੂੰ ਜੀ ਸਕਦਾ ਹੈ। ਅਦਰਵਾਈਜ਼ ਬੰਦਾ ਹਉਮੈ ਦਾ ਮਾਰਿਆ ਆ, ਈਗੋਸੈਂਟਰਿਸਟ, ਬਿਲਕੁਲ ਉਸ ਤੋਂ ਬਾਹਰ ਨਿਕਲ ਹੀ ਨਹੀਂ ਸਕਦਾ। ਮੈਂ, ਮੇਰੀ ਇੱਕ ਖਾਸ ਆਈਡੀ, ਉਸ ਆਈਡੈਂਟਿਟੀ ਆਈਡੀ ਦੇ ਨਾਲ ਹੀ ਮੇਰੇ ਲੋਕ, ਮੇਰਾ ਨੇਸ਼ਨ, ਮੇਰੀ ਬਰਾਦਰੀ, ਮੇਰੀ ਜਾਤ, ਬਾਕੀ ਸਾਰਿਆਂ ਨੂੰ ਇਸ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਚੁੱਲ੍ਹੇ 'ਚ ਧੱਕ ਦਿਆਂਗਾ ਮੈਂ। ਅੱਜ ਦੁਨੀਆ ਪੱਧਰ ਤੇ ਹੀ ਹੋ ਰਿਹਾ। ਸੋ ਕਾਲਡ ਨੈਸ਼ਨਲਿਜ਼ਮ ਹੈ ਨਾ, ਇਹ ਹਉਮੈ ਸਾਰੇ ਦੀ ਸਾਰੇ, ਹੰਕਾਰ ਦਾ ਇਜ਼ਾਫਾ ਕਰਕੇ ਇੱਕ ਐਸਾ ਮੁਜ਼ਾਹਰਾ ਹੋ ਰਿਹਾ, ਮਨੁੱਖਤਾ ਮਰ ਰਹੀ ਹੈ, ਬਟ ਹੂ ਕੇਅਰ। ਸਾਰੀ ਮਨੁੱਖਤਾ ਮਰਨ ਦੇ ਕੰਢੇ, এনवायरमेंट ਬੁਰੀ ਹਾਲਤ ਹੋਈ ਵੀ, ਚਾਰ ਚੁਫੇਰੇ ਜੰਗਲਾਂ ਦੇ ਜੰਗਲ। ਵਰਲਡ ਦੀ ਪਾਵਰ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਸਾਰੇ ਤੇਰੇ ਹੀ ਜੰਗਲ ਛੱਡ ਚਲੇ ਇੱਥੇ, ਬਟ ਜ਼ੋਰ ਲੱਗਾ ਪਿਆ ਵੀ ਜਿਹੜੀਆਂ ਨਾ ਸੁਪਰ ਬਲਿਸਟਿਕ ਮਿਜ਼ਾਈਲਸ ਨੇ, ਉਹਨਾਂ ਦੀ ਕਾਟ ਲੱਭ ਲਈ ਰਸ਼ੀਆ ਤੇ ਚਾਈਨਾ ਨੇ। ਟ੍ਰਿਲੀਅਨਸ ਡਾਲਰ ਦਾ ਪ੍ਰੋਜੈਕਟ ਆ, ਅਗਲਾ ਉਹ ਲੈ ਕੇ ਆਉਣਾ, ਇਸ ਤੋਂ ਡਿਫਰੈਂਟ ਮਾਡਲ ਤਿਆਰ ਕਰਨੇ ਆਉਣ। ਕਿਉਂ? ਕਿਉਂਕਿ ਨੈਸ਼ਨਲਿਜ਼ਮ ਹੈ, ਈਗੋ ਸੈਂਟਰਡ ਅਪਰੋਚ ਹੈ ਸਾਰੀ। ਜੇ ਇਹ ਨਹੀਂ ਕਰਨਗੇ ਦੂਜੇ ਕਰਨਗੇ। ਇੱਕ ਪੂਰੀ ਦੀ ਪੂਰੀ ਇੱਕ ਹਵਾ ਹੀ ਇਸ ਕਿਸਮ ਦੀ ਹੈ। ਤੇ ਫਿਰ ਇਹ ਵੱਡੇ ਤੋਂ ਲੈ ਕੇ ਛੋਟੇ ਲੈਵਲ ਤੱਕ, ਘਰਾਂ ਥਾਵਾਂ ਦੇ ਵੀ ਤੁਸੀਂ ਦੇਖ ਲਵੋ। ਗੁਰੂ ਬਾਬਾ ਜੀ ਨੇ ਕਿਹਾ ਭਾਏ ਭਗਤ ਜਾਂ ਹਉਮੈ ਸੁੱਖ ਹੈ ਕੁਛ ਵੀ ਨਹੀਂ। ਹੰਕਾਰ, ਹਉਮੈ ਹੁੰਦੀ ਕੁਛ ਵੀ ਨਹੀਂ। ਜਿਵੇਂ ਨਾ ਮੋਇਸਚਰ ਹੁੰਦਾ ਆ, ਇਹਨਾਂ ਮੁਲਕਾਂ 'ਚ ਸਮਝਣ ਵਾਸਤੇ ਤੁਸੀਂ ਕਦੇ ਦੇਖਿਆ ਹੋਏਗਾ, ਇੱਕ ਮੋਇਸਚਰ ਦਾ ਲੈਵਲ ਨਾ ਜਿਹੜਾ ਹੈਗਾ ਬੇਸਮੈਂਟ 'ਚ ਵੱਧ ਜਾਂਦਾ ਹੈ। ਤੁਹਾਨੂੰ ਸ਼ਾਇਦ ਪਤਾ ਹੈ, ਉਹ ਕਦੇ ਇਨਸਪੈਕਸ਼ਨ ਵਗੈਰਾ ਹੁੰਦੀ ਹੈ, ਫਿਰ ਇੱਕ ਮਸ਼ੀਨ ਲਿਆ ਕੇ ਲਾਈ ਜਾਂਦੀ, ਉਹ ਹੀਟਰ ਚੱਲਦਾ ਹੈ, ਮਸ਼ੀਨ ਉਹ ਸੋਖ ਲੈਂਦੀ ਥੋੜ੍ਹਾ ਜਿਹਾ। ਜੋ ਵਧਿਆ ਦੀਵਾਰਾਂ 'ਚ ਸਿੱਲਣ ਹੋ ਜਾਂਦੀ ਹੈ ਆਲੇ ਦੁਆਲੇ, ਉੱਥੇ ਫੰਗਸ, ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਤੇ ਉਹਦੇ ਨਾਲ ਬਿਮਾਰੀ ਫੈਲਣ ਦੇ ਅਸਰਾਰ ਬਣ ਜਾਂਦੇ ਨੇ। ਹੰਕਾਰ ਇਹੀ ਕਰਦਾ, ਬੰਦੇ ਨੂੰ ਅਸਲ ਮਾਰ ਦਿੰਦਾ। ਬੰਦਾ ਕਹਿੰਦਾ ਹੈ ਤਾਂ ਕੁਛ ਵੀ ਨਹੀਂ, ਮੈਂ ਤਾਂ ਕੁਛ ਕਹਿ ਨਹੀਂ ਰਿਹਾ, ਪਰ ਐਕਚੁਅਲ ਲੈਵਲ ਤੇ ਜਿਹੜੀ ਮੈਂ ਤੇਰੀ ਹੈ ਨਾ, ਉਹੀ ਮਾਰੀ ਜਾਂਦੀ। ਅਗਲਾ ਬਚਨ ਹੈ, ਸਿੱਧ ਸਾਧਿਕ ਮੋਨ ਧਾਰੀ ਰਹੇ ਲਿਵ ਲਾਏ। ਅੱਜ ਤੇ ਲੋਕੀ ਮਾੜਾ ਜਿਹਾ ਮੈਡੀਟੇਸ਼ਨ ਕਰਨ ਦੇ ਕਹਿੰਦੇ ਵਾਓ, ਆਈ ਫੀਲ ਸੋ ਨਾਈਸ, ਸੋ ਲਾਈਟ। ਉਹ ਭਲੇ ਬੰਦੇ ਉਹਨਾਂ ਨੇ ਵੇਖ ਜਿਨ੍ਹਾਂ ਨੇ ਉਮਰਾਂ ਲਾ ਦਿੱਤੀਆਂ, ਸਾਰਾ ਕੁਝ ਕਰਦੇ, ਦੇ ਨੈਵਰ ਅਟੇਨ ਐਨੀਥਿੰਗ, ਨੈਵਰ ਐਵਰ। ਪਰ ਕਿਉਂਕਿ ਇਹ ਸਕੂਲ ਜਿਹੜਾ ਆ, ਇਹ ਸਾਡੇ ਥਰੂ ਪ੍ਰਚਾਰ ਜਾਣਾ ਸੀਗਾ,
ਉਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ, ਲੋਕੀ ਵਿਚਾਰੇ ਉੱਥੇ ਸਟਕ ਹੋ ਜਾਂਦੇ ਦੁਬਾਰਾ। ਗੁਰੂ ਬਾਬਾ ਜੀ ਨੇ ਕਿਹਾ, ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ, ਤਿਨ ਪੀ ਤਨ ਮੈਂ ਮਨ ਨਾ ਦਿਖਾਵਣਿਆ। ਇਸ ਤਨ ਤੋਂ ਮਨ ਤੱਕ ਉਹ ਵੀ ਨਹੀਂ ਪਹੁੰਚ ਪਾਏ। ਅਗਲਾ ਬਚਨ ਹੈ, ਆਪ ਕਰਾਏ ਕਰਤਾ ਸੋਈ। ਬਾਕੀ ਸਿੱਖ ਜਜਮੈਂਟਲ ਨਹੀਂ ਹੈਗਾ, ਇਹ ਕਰਤਾਰੀ ਹੁਕਮ ਆ। ਮੇਰੀ ਜਿੰਨੀ ਡਿਊਟੀ ਲੱਗੀ ਮੈਂ ਕਰਾਂ, ਬਾਕੀ ਜੋ ਉਹਨੂੰ ਪਾਵੇ। ਬਚਨ ਹੈ, ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤਾ ਕਿਆ ਹੋਈ। ਮੇਰੇ ਕੀਤੇ ਕਰਾਇਆ ਕੀ ਹੋ ਜਾਏਗਾ। I only have actually just very tiny span of life, ਬੜਾ ਛੋਟਾ ਜਿਹਾ ਸਾਡੇ ਕੋਲ ਜ਼ਿੰਦਗੀ ਦਾ ਪੀਰੀਅਡ ਆ। ਇਹ 'ਚ ਭਗਤੀ ਕਰਨੀ ਹੈ, ਤੇ ਭਗਤੀ ਹੈ ਖਾਣਾ ਪੀਣਾ ਰਹਿਣਾ ਸੋਣਾ ਸਭ ਭਗਤੀ 'ਚ ਆ ਜਾਂਦਾ। ਇਹੋ ਜਿਹੀ ਕਰਾਂ ਮੈਨੂੰ ਵੇਖ ਕੇ ਕਿਸੇ ਨੂੰ ਪ੍ਰੇਰਨਾ ਮਿਲੇ, ਐਵੇਂ ਦਾ ਮਨੁੱਖ ਬਣਨਾ। ਬਸ ਇਹੀ ਗੁਰੂ ਸਾਹਿਬ ਨੇ ਕੀਤਾ। ਗੁਰੂ ਸਾਹਿਬ ਨੇ ਕਿਹਾ, ਬਸ ਲੈਣਿਆ ਮੇਰਾ ਅੰਗ ਬਣਨਾ ਚਾਹੇਗਾ। ਮਹਾਰਾਜ ਕਿਉਂ ਨਹੀਂ ਬਣਨਾ ਚਾਹ, ਚੱਲ ਬਣ ਜਾ ਅੰਗਤ। ਇੱਥੋਂ ਐਕਚੁਅਲੀ ਇਹ ਕੀ ਹੈ, ਹੋਣਾ ਚਾਹੁੰਦਾ। ਇਸ ਤਰੀਕੇ ਨਾਲ ਕਰਦਿਆਂ ਗੁਰੂ ਸਾਹਿਬ, ਅਸੀਂ ਤੁਹਾਨੂੰ ਪਿਆਰ ਕਰਦੇ। ਗੁਰੂ ਸਾਹਿਬ ਕਹਿੰਦੇ, ਮੈਨੂੰ ਪਿਆਰ ਕਰਨ ਵਾਲੇ ਪਿਆਰੇ ਹੁੰਦੇ ਨੇ। ਉਹ ਕਹਿੰਦੇ, ਹਾਂ ਬਿਲਕੁਲ ਅਸੀਂ ਪਿਆਰੇ ਬਣਾਂਗੇ। ਪਿਆਰੇ ਤੇ ਖਾਲਿਸ ਹੁੰਦੇ ਨੇ, ਕਹਿੰਦੇ ਖਾਲਿਸ ਹੀ ਬਣਾ ਦਿਓ ਮਹਾਰਾਜ। ਇੱਥੇ ਜ਼ਿਕਰ ਆਇਆ, ਗੁਰੂ ਸਾਹਿਬ ਕਹਿੰਦੇ, ਹੋਰ ਕੇ ਕਰੇ ਕੀਤੇ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਬਾਕੀ ਇਹ ਨਾਨਕ ਨਾਮ ਦਾ ਰਾਹ ਆ, ਜਿਹਨੂੰ ਦੇ ਦੇ ਉਹਨੂੰ ਮਿਲ ਜਾਂਦਾ, ਤੇ ਨਾਮ ਹੀ ਮਨ ਵਿੱਚ ਵਸਾਉਣਾ। ਐਂਡ ਆਫ ਦਾ ਡੇ ਸਾਡੀ ਗੇਮ ਇੱਥੇ ਆ ਕੇ ਸਮਾਪਤ ਹੋਣੀ ਹੈ ਕਿ ਅਸੀਂ ਨਾਮ ਦੇ ਤਾਰੀ ਹੋਣਾ ਹੈਗਾ। ਸਾਹਿਬ ਰਹਿਮਤ ਕਰਨ, ਆਲਮੀ ਵਾਕਿਆਂ ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ